जगत भिखारी पीरत है, जगत भिखारी पीरत है, सबको दाता राम, सबको दाता राम। कहो नानक मन सिमरते, कहो नानक मन सिमरते, पूरन होवे काम, पूरन होवे काम। जगत भिखारी फिरत है, सबको दाता राम। कहो नानक मन सिमरते हैं, पूरन होवह काम। जगत भिखारी फिरत है, सबको दाता राम। कहो नानक मन सिमरते हैं, पूरन होवह काम। वाहिगुरु जी का खालसा, वाहिगुरु जी की फतेह। परम सन्मान योग सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाएमान गुरु सवारे सतसंगी जनों, गुरु तेग बहादुर सच्चे पातशाह जी दा पावन पवित्र उच्चारण किया होया 40वां श्लोक आप जी ने श्रवण किया है। इस श्लोक विच सतगुरु गुरु तेग बहादुर सच्चे पातशाह जी ने हर मनुखी मन नूं एक धीरज एक हौसला दिंदियां होइयां एक किरपालता कीती कि ये सारा संसार मंगण वाले मंगतियां दा भिखारियां दा एक काफला है ते इस संसार दे मंगतियां नूं भिखारियां नूं दात देण वाला केवल एक करतार परमात्मा वाहिगुरु है। जगत भिखारी है, दाता केवल परमात्मा है। ते नाल फिर सानू एक जुगत दर्शा दिती ने कि मना तू उस परमात्मा दे करतार दे वाहिगुरु जी दे नाम नू सिमर, जिदे सिमरन दे नाल तेरी जिंदगी दा हर काम जिहड़ा है वो रास आवेगा। तेरे कारज तेरे काम संपूर्ण होणगे। आओ गुरु तेग बहादुर सच्चे पातशाह जी दे चरनां दा ऊट आसरा लईए
ਸਤਿਗੁਰੂ ਆਪ ਕਿਰਪਾ ਮਿਹਰ ਬਖਸ਼ਿਸ਼ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਿਰਪਾ ਕਰਕੇ ਕਰਾ ਲਵੋ। ਸਾਧ ਸੰਗਤ ਆਪ ਜੀ ਬਖਸ਼ੋ ਆਸੀਸ और उच्चारण करो जी सतनाम श्री वाहे गुरु जी। करो बख्शिश, फिर उच्चारण करो जी सतनाम श्री वाहे गुरु जी। सतगुरु गुरु तेग बहादुर सच्चे पातशाह जी ने अज दे इस पावन पवित्र ਅੰਮ੍ਰਿਤ ਬਚਨ ਦੇ ਅੰਦਰ ਜਗਤ ਨੂੰ ਮੰਗਣ ਵਾਲੇ ਭਿਖਾਰੀ ਤੇ ਦੇਣ ਵਾਲਾ ਕੇਵਲ ਦਾਤਾਰ ਇੱਕ ਪਰਮੇਸ਼ਵਰ ਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇੱਕ ਬਖਸ਼ਿਸ਼ ਕੀਤੀ ਹੈ ਕਿ ਉਹ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਜੀ ਉਹਨਾਂ ਨੇ ਕੋਈ ਵੀ ਜੀਵ ਬਣਾਉਣ ਤੋਂ ਪਹਿਲਾਂ, ਜੀਵ ਦੀ ਪੈਦਾਇਸ਼ ਤੋਂ ਪਹਿਲਾਂ ਕਰਤੇ ਵਾਲਾ ਫਰਜ਼, ਕਰਤੇ ਵਾਲੀ ਖੇਡ ਵਰਤਾਨ ਤੋਂ ਪਹਿਲਾਂ ਪਰਮਾਤਮਾ ਸੁਦਾ ਹੀ ਪ੍ਰੇਮ ਹੈ। ਉਸਨੇ ਕਰਤੇ ਤੋਂ ਪਹਿਲਾਂ ਦਾਤੇ ਵਾਲੀ ਬਖਸ਼ਿਸ਼ ਕੀਤੀ ਹੈ। ਜੀਵ ਨੂੰ ਬਾਅਦ ਵਿੱਚ ਬਣਾਇਆ ਤੇ ਸਭ ਤੋਂ ਪਹਿਲਾਂ ਉਸ ਪਰਮਾਤਮਾ ਨੇ ਦਾਤਾ ਬਣ ਕੇ ਉਸ ਜੀਵ ਦੀ ਰੋਜ਼ੀ, ਉਸ ਜੀਵ ਦਾ ਰਿਜ਼ਕ, ਉਸ ਜੀਵ ਦੇ ਲਈ ਖੁਰਾਕ ਦਾ ਪ੍ਰਬੰਧ ਕੀਤਾ। ਤੇ ਗੁਰੂ ਨਾਨਕ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਨੇ ਜੋ ਅਸੀਂ ਰੋਜ਼ ਆਸਾ ਕੀ ਵਾਰ ਵੀ ਸਰਵਣ ਕਰਨੇ ਆ। ਦਾਤਾ ਕਰਤਾ ਆਪ ਤੂੰ। ਕਰਤੇ ਤੋਂ ਪਹਿਲਾਂ ਪਰਮਾਤਮਾ ਦਾਤਾ ਹੈ, ਜਿਸ ਨੂੰ ਉਹਨੇ ਕੀਤਾ, ਜਿਸ ਨੂੰ ਉਸਨੇ ਬਣਾਇਆ ਹੈ। ਉਹ ਦਾਤਾ ਪਹਿਲਾਂ ਹੈ, ਕਰਤਾ ਬਾਅਦ ਵਿੱਚ ਹੈ। ਉਸ ਦਾਤੇ ਨੇ ਪਹਿਲਾਂ ਜੀਵਾਂ ਲਈ ਦਾਤਾਂ ਪੈਦਾ ਕੀਤੀਆਂ ਤੇ ਬਾਅਦ ਵਿੱਚ ਇਹਨਾਂ ਜੀਵਾਂ ਨੂੰ ਪੈਦਾ ਕੀਤਾ, ਇਹਨਾਂ ਦੀ ਪੈਦਾਇਸ਼ ਕੀਤੀ। ਸਾਹਿਬ ਨੇ ਬਚਨ ਕਹਿਣ ਲੱਗੇ, ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰਹਿ ਪਸਾਓ। ਤੇ ਫਿਰ ਤੂੰ ਮਜਬੂਰੀ ਵਸ ਹੋ ਕੇ ਨਹੀਂ ਕਿ ਮੈਂ ਦਾਤ ਦੇਣਾ ਪਿਆ, ਜਾਂ ਕਿਸੇ ਬੰਦਿਸ਼ ਵਿੱਚ ਪੈ ਕੇ ਨਹੀਂ ਕਿ ਮੈਂ ਦਾਤ ਦੇਣਾ ਪਿਆ। ਤੁਸ ਦਾ ਅਰਥ ਹੈ ਤਰੁੱਠ ਕੇ, ਜਿਹਨੂੰ ਤੂੰ ਦਾਤ ਦੇਣਾ ਉਹਦੇ ਉੱਤੇ ਮੇਰੇ ਵਾਹਿਗੁਰੂ ਜੀ ਤੁਸੀਂ ਤਰੁੱਠ ਪੈ, ਤਰੁੱਠ ਕੇ ਦਾਤਾ ਦੇਣਾ, ਨਾ ਕਿ ਕਿਸੇ ਮਜਬੂਰੀ ਵਸ ਆਇਆ ਹੋਇਆ ਕਿਸੇ ਜੀਵ ਨੂੰ ਰਿਜ਼ਕ ਦੇਣਾ। ਇਸ ਤੁਕ ਦੇ ਫਿਰ ਅਸੀਂ ਅਰਥ ਸਮਝੀਏ ਕਿ ਉਸ ਪਰਮਾਤਮਾ ਨੇ, ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਕਰਤਾ ਆਪ ਤੂੰ। ਦਾਤਾ ਵੀ ਤੂੰ ਹੈ ਪਰ ਕਰਤਾ ਬਾਅਦ ਵਿੱਚ ਪਹਿਲਾ ਦਾਤਾ ਹੈ। ਤੁਸ ਦੇਵੈ ਕਰੈ ਪਸਾਓ। हे प्रभु तू त्रुट के सारे जीवां नू आप रिजक पिया देना है। सतगुरु ने फिर अमृत बाणी विच एक होर बख्शिश कीती है। सिर्फ अज दा विशा कि देण वाला दाता एक है, बाकी जितने भी लोग ने ये सारे उस मालक दे दर दे भिखारी ने। ये गल वखरी के भिखारियां दी मंग विच अंतर है। कोई 100 मंगदा है ते किसे भिखारी ने 1000 मंगे, कोई भिखारी ਲੱਖਾਂ ਮੰਗਦਾ है, कोई मंगता अरबां खरबां दी मंग करदा है,
ਕੋਈ ਪਦਾਰਥ ਮੰਗਦਾ ਹੈ, ਕੋਈ ਪਰਮਾਰਥ ਮੰਗਦਾ ਹੈ, ਕੋਈ ਮਾਨ ਮੰਗਦਾ ਹੈ, ਕੋਈ ਨਾਮ ਮੰਗਦਾ ਹੈ, ਕੋਈ ਸੰਸਾਰ ਦੇ ਸੁੱਖ ਮੰਗਦਾ ਹੈ, ਕੋਈ ਆਤਮਾ ਦਾ ਸੁੱਖ ਮੰਗਦਾ ਹੈ। ਪਰ ਇਸ ਗੱਲ ਨੂੰ ਕਦੀ ਨਾ ਭੁੱਲੀਏ ਕਿ ਹਰ ਦਾਤ ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੀ ਹੈ। ਜੇ ਸੰਸਾਰ ਦਾ ਸੁੱਖ ਹੈ ਤੇ ਤਾਂ ਵੀ ਉਸ ਦੇ ਹੱਥ ਵਿੱਚ ਦਾਤ ਹੈ, ਜੇ ਆਤਮਾ ਦਾ ਸੁੱਖ ਹੈ ਤੇ ਤਾਂ ਵੀ ਉਸ ਦਾਤੇ ਦੇ ਹੱਥ ਵਿੱਚ ਦਾਤ ਹੈ। ਜੇ ਸੰਸਾਰ ਦਾ ਮਾਨ ਇੱਜ਼ਤ ਵਡਿਆਈ ਤਾਂ ਵੀ ਉਸ ਦੇ ਹੱਥ ਵਿੱਚ ਦਾਤ ਹੈ। ਤੇ ਜੇ ਉਹਨੇ ਪਰਮਾਤਮਾ ਦੇ ਘਰ ਦੀ ਵਡਿਆਈ ਨਾਮ ਦੇਣਾ ਤੇ ਤਾਂ ਵੀ ਉਸ ਦਾਤੇ ਦੇ ਹੱਥ ਵਿੱਚ ਹੀ ਦਾਤ ਹੈ। ਬਾਕੀ ਸਾਰੇ ਭਿਖਾਰੀ ਨੇ। ਇਸ ਦੁਨੀਆ ਵਿੱਚ ਕੇਵਲ ਦਾਤਾ ਇੱਕ ਗੁਰ ਪਰਮੇਸ਼ਵਰ ਹੈ, ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਇਹੀ ਕਿਰਪਾਲਤਾ ਭਰਿਆ ਅੰਮ੍ਰਿਤ ਬਚਨ ਕਿਹਾ। ਜਦੋਂ ਉਹ ਦੱਦੇ ਅੱਖਰ ਰਾਹੀਂ ਸਮੁੱਚੀ ਮਾਨਵਤਾ ਨੂੰ ਉਪਦੇਸ਼ ਕਰਦੇ ਨੇ ਤੇ ਹਜ਼ੂਰ ਕਿਰਪਾਲੂ ਮਿਹਰ ਕਰਕੇ ਬਚਨ ਕਰਦੇ ਨੇ, ਦੱਦਾ ਦਾਤਾ ਏਕ ਹੈ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦੱਦਾ ਦੱਦੇ ਅੱਖਰ ਰਾਹੀਂ ਦਾਤਾ ਏਕ ਹੈ, ਇੱਕ ਪਰਮਾਤਮਾ ਹੀ ਕੇਵਲ ਦਾਤਾ ਹੈ ਤੇ ਰੱਬ ਵਰਗਾ, ਪਰਮਾਤਮਾ ਵਰਗਾ, ਵਾਹਿਗੁਰੂ ਵਰਗਾ ਹੋਰ ਕੋਈ ਵੀ ਦਾਤਾ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਖਾਰ। ਪਰ ਦੇਖੋ ਉਸ ਦਾਤੇ ਦਾ ਭੰਡਾਰਾ ਇਤਨਾ ਵੱਡਾ ਹੈ ਕਿ ਆਦਿ ਕਾਲ ਤੋਂ ਜੀਵਾਂ ਨੂੰ ਦਾਤਾਂ ਦਿੰਦਾ ਪਿਆ। ਜਿਸ ਦਿਨ ਦੇ ਜੀਵ ਪੈਦਾ ਕੀਤੇ ਉਸ ਦਿਨ ਦੇ ਜੀਵਾਂ ਦੇ ਘਰ ਭਰਦਾ ਪਿਆ। ਪਰ ਕਦੀ ਵੀ ਪਰਮਾਤਮਾ ਦਾਤੇ ਨੇ, ਵਾਹਿਗੁਰੂ ਦਾਤੇ ਦੇ ਘਰੋਂ ਇਹ ਆਵਾਜ਼ ਨਹੀਂ ਆਈ ਕਿ ਸਦੀਆਂ ਹੋ ਗਈਆਂ, ਜੁਗ ਹੋ ਗਏ, ਮੈਂ ਜੀਵਾਂ ਨੂੰ ਦਾਤਾ ਪਿਆ ਦੇਣਾ ਵਾ ਕਿ ਅੱਜ ਤੋਂ ਬਾਅਦ ਮੈਂ ਦੇਣੀਆਂ ਨਹੀਂ, ਮੇਰੇ ਘਰ ਦੇ ਭੰਡਾਰੇ ਮੁੱਕ ਜਾਣਗੇ। ਸੱਚ ਜਾਣੋ, ਲੈਣ ਵਾਲੇ ਭਿਖਾਰੀ ਤਾਂ ਦੁਨੀਆ ਤੋਂ ਕੂਚ ਕਰ ਗਏ, ਪਰ ਦੇਣ ਵਾਲਾ ਦਾਤਾ ਅੱਜ ਵੀ ਬੂਹੇ ਖੋਲ ਕੇ ਬੈਠਾ ਹੈ। ਉਹਦਾ ਭੰਡਾਰਾ ਇਤਨਾ ਵੱਡਾ ਹੈ, ਉਹਦੇ ਵਿੱਚ ਕਮੀ ਕੋਈ ਨਹੀਂ। ਤੁਹਾਨੂੰ ਦੇ ਅੱਜ ਅਸੀਂ ਸਟੈਪ ਬਾਈ ਸਟੈਪ ਚੱਲਣਾ ਕਿ ਪਹਿਲਾਂ ਪਰਮਾਤਮਾ ਦਾਤਾ ਹੈ, ਬਾਅਦ ਵਿੱਚ ਉਹ ਕਰਤਾ ਹੈ। ਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦੱਦਾ ਦਾਤਾ ਏਕ ਹੈ, ਦੇਣ ਵਾਲਾ ਦਾਤਾ ਕੇਵਲ ਇੱਕ ਪਰਮਾਤਮਾ ਹੈ। ਤੇ ਫਿਰ ਮਹਾਰਾਜ ਉਹ ਕਿੰਨਿਆਂ ਕੁ ਨੂੰ ਦਿੰਦਾ ਹੈ? ਪਿਆਰਿਓ, ਅਸੀਂ ਕਦੀ ਕਿਸੇ ਤਖਤ ਤੇ, ਕਿਸੇ ਪਦਵੀ ਤੇ, ਕਿਸੇ ਥਾਂ ਤੇ ਬੈਠਨੇ ਆ ਤੇ ਸਾਡੇ ਹੱਥ ਵਿੱਚ ਦੁਨਿਆਵੀ ਚੀਜ਼ ਕਿਸੇ ਨੂੰ ਦੇਣ ਵਾਸਤੇ ਹੋ ਜਾਏ, ਧਿਆਨ ਦਿਆ ਜੀ ਕਿ ਅਸੀਂ ਕੇਵਲ ਆਪਣਿਆਂ ਨੂੰ ਦਿਆਂਗੇ। ਰੱਬ ਐਸਾ ਨਹੀਂ। ਗੁਰੂ ਨਾਨਕ ਸਾਹਿਬ ਨੇ ਇਸ ਤੁਕ ਵਿੱਚ ਇੰਨੀ ਵੱਡੀ ਰਮਜ਼ ਰੱਖ ਦਿੱਤੀ, ਬੰਦੇ ਦੇ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਕਹਿਣ ਲੱਗੇ ਦੱਦਾ ਦਾਤਾ ਏਕ ਹੈ। ਕੀ ਇਕੱਲੇ ਜਿਹੜੇ ਰੱਬ ਦਾ ਸਿਮਰਨ ਕਰਦੇ ਨੇ ਰੱਬ ਉਹਨਾਂ ਨੂੰ ਹੀ ਦਿੰਦਾ ਹੈ? ਕੀ ਇਕੱਲੇ ਸਿੱਖਾਂ ਨੂੰ ਰੋਟੀ ਦਿੰਦਾ ਹੈ, ਹਿੰਦੂਆਂ ਨੂੰ ਰੋਟੀ ਦਿੰਦਾ ਹੈ, ਮੁਸਲਮਾਨਾਂ ਨੂੰ ਦਿੰਦਾ ਹੈ, ਈਸਾਈਆਂ ਨੂੰ ਦਿੰਦਾ ਹੈ, ਜਾਂ ਕੇਵਲ ਯਹੂਦੀਆਂ ਨੂੰ ਇੱਕ ਇੱਕ ਫਿਰਕੇ ਨੂੰ ਦੋਤੀ ਦਿੰਦਾ ਹੈ, ਰੋਜ਼ੀ ਦਿੰਦਾ ਹੈ? ਕਹਿਣ ਲੱਗੇ ਨਹੀਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਖਾਰ। ਸਭ ਕੋ ਜੋ ਵੀ ਉਹਨੇ ਪੈਦਾ ਕੀਤਾ ਹੈ ਉਹ ਬਿਨਾਂ ਵਿਤਕਰੇ ਤੋਂ ਦੇ ਰਿਹਾ ਹੈ। ਹੋਰ ਕੀ ਇਨਸਾਨ ਦੇ ਹੱਥ ਵਿੱਚ ਆਈ ਕੋਈ ਦਾਤ ਕਦੀ ਉਹ ਸਾਰਿਆਂ ਨੂੰ ਇੱਕ ਬਰਾਬਰ ਦੇਣ ਵਾਸਤੇ ਤਿਆਰ ਹੋਵੇਗਾ? ਪਿਆਰਿਓ, ਇੱਥੇ ਕਿਸੇ ਪਦਵੀ ਤੇ ਕੋਈ ਬੈਠ ਜਾਏ ਤੇ ਉਹਦਾ ਯਤਨ ਹੁੰਦਾ ਹੈ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਪਦਵੀ ਦਾ ਵਾਰਸ ਮੇਰਾ ਨਜ਼ਦੀਕੀ ਕੀ ਕੋਈ ਬਣੇ। ਚਾਹੇ ਕੋਈ ਗੱਦੀ ਤੇ ਬੈਠਾ ਹੈ, ਚਾਹੇ ਦੁਨਿਆਵੀ ਪਦਵੀ ਤੇ ਕੋਈ ਬੈਠਾ ਹੈ, ਮੇਰੇ ਮਰਨ ਤੋਂ ਬਾਅਦ ਪਦਵੀ ਮੇਰੇ ਘਰ ਵਿੱਚ ਹੀ ਰਹੇ, ਮੇਰੀ ਗੱਦੀ, ਮੇਰੇ ਪਰਿਵਾਰ, ਮੇਰੇ ਸਾਖ ਸੰਬੰਧੀਆਂ ਤੱਕ ਹੀ ਮੈਂ ਇਹ ਕੁਝ ਸਹੂਲਤਾਂ ਵੰਡਾਂ। ਪਰ ਰੱਬ ਐਸਾ ਦਾਤਾ ਨਹੀਂ। ਪਰਮਾਤਮਾ ਐਸਾ ਦਾਤਾ ਹੈ ਜਿਹੜੇ ਰੱਬ ਨੂੰ ਗਾਲਾਂ ਦਿਨ ਰਾਤ ਕੱਢਦੇ ਨੇ। ਖਿਮਾ ਕਰਿਓ, ਪਰਮਾਤਮਾ ਅਕਿਰਤ ਘਣਾ ਨੂੰ ਵੀ ਦਾਤਾਂ ਦਈ ਜਾ ਰਿਹਾ ਹੈ। ਉਹ ਫਿਰ ਭੰਡਾਰੇ 'ਚ ਤੋਟਾ ਵੀ ਕੋਈ ਨਹੀਂ। ਹਜ਼ੂਰ ਨੇ ਬਖਸ਼ਿਸ਼ ਕੀਤੀ, ਤਵੱਜੋ ਦੇਣੀ ਕਿ ਦੱਦਾ ਦਾਤਾ ਏਕ ਹੈ, ਇੱਕ ਹੀ ਕੇਵਲ ਦਾਤਾ ਹੈ, ਸਭ ਕੋ ਦੇਵਨਖਾਰ। ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਮਹਾਰਾਜ ਸਾਰਿਆਂ ਕਿਹੜਿਆਂ ਨੂੰ ਦਾਤਾਂ ਦਿੰਦਾ? ਕੌਣ ਨੇ ਜਿਨ੍ਹਾਂ ਸਾਰਿਆਂ ਉੱਤੇ ਮਿਹਰ ਪਿਆ ਕਰਦਾ? ਹਜ਼ੂਰ ਨੇ ਫਿਰ ਅੰਮ੍ਰਿਤ ਬਾਣੀ ਵਿੱਚ ਇਹਦੀ ਵਿਆਖਿਆ ਲਈ ਸਾਨੂੰ ਕੋਈ ਸ਼ਬਦ ਬਖਸ਼ਿਸ਼ ਕੀਤੇ ਨੇ।
ਕਹਿੰਦੇ ਨੇ ਸਾਰਿਆਂ ਨੂੰ ਉਹ ਦਾਤਾਂ ਦਿੰਦਾ ਹੈ, ਹਰ ਇੱਕ ਜੀਵ ਦਾ ਉਹ ਪਰਵਰਿਸ਼ ਉਹਦੀ ਪਾਲਣਾ ਪਿਆ ਕਰਦਾ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨ ਖਾਰ, ਦਿੰਦੇ ਤੋਟ ਨਾ ਆਵਈ। ਉਸ ਨੂੰ ਦਿੰਦਿਆਂ ਕਦੀ ਵੀ ਤੋਟਾ ਨਹੀਂ ਆਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਇੱਕ ਪੌੜੀ ਆਪ ਰੋਜ਼ ਪੜ੍ਹਦੇ ਹੋ। ਵੈਸੇ ਤਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਦਾਤੇ ਸ਼ਬਦ ਦੀ ਵਿਆਖਿਆ ਗੁਰੂ ਜੀ ਨੇ ਬੜੀ ਵਾਰੀ ਕੀਤੀ। ਜਦੋਂ ਪਹਿਲੀ ਵਾਰ ਨਾਮ ਮੰਗਿਆ ਤੇ ਉਦੋਂ ਸਭਨਾ ਜੀਆਂ ਕਾ ਇੱਕ ਦਾਤਾ ਕਿਹਾ ਕਿ ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਰਾਮ, ਦੱਦਾ ਦਾਤਾ ਏਕ ਹੈ। ਗੁਰੂ ਜੀ ਨੇ ਕਿਰਪਾ ਕੀਤੀ, ਕਹਿ ਲੱਗੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਹੀ। ਫਿਰ ਉਸ ਦਾਤੇ ਦਾ ਸੁਭਾਅ ਇਹ ਵੇ ਕਿ ਬਹੁਤਾ ਕਰਮ ਲਿਖਿਆ ਨਾ ਜਾਏ। ਜਿਹੜੀਆਂ ਉਹਦੀਆਂ ਬਖਸ਼ਾਂ ਨੇ, ਜਿਹੜੀ ਉਹਦੀ ਕਿਰਪਾ ਹੈ, ਜਿਹੜੀ ਉਹਦੀ ਬਖਸ਼ੀਸ਼ ਹੈ, ਉਸ ਨੂੰ ਦੁਨੀਆ ਦਾ ਕੋਈ ਵੀ ਇਨਸਾਨ ਆਪਣੀ ਕਲਮ ਨਾਲ, ਆਪਣੇ ਪੈਨ ਨਾਲ ਲਿਖ ਨਹੀਂ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ। ਤੇ ਗੁਰੂ ਜੀ ਕਹਿੰਦੇ ਨੇ ਵੱਡਾ ਦਾਤਾ ਤਿਲ ਨਾ ਤਮਾਏ। ਵੱਡਾ ਦਾਤਾ ਤਿਲ ਨਾ ਤਮਾਏ। ਤਮਾਏ ਦਾ ਅਰਥ ਹੈ ਤਮਾ, ਲਾਲਚ। ਇਸ ਦੁਨੀਆ ਵਿੱਚ ਕੋਈ ਵੀ ਕਿਸੇ ਨੂੰ ਕੁਝ ਦਿੰਦਾ ਹੈ, ਖਿਮਾ ਕਰਿਓ, ਉਹਦੇ ਅੰਦਰ ਕੋਈ ਨਾ ਕੋਈ ਲਾਲਚ ਲੁਕਿਆ ਹੈ। ਪਰ ਪਰਮਾਤਮਾ ਐਸਾ ਦਾਤਾ ਹੈ, ਉਹ ਵੱਡਾ ਦਾਤਾ, ਕਿਸੇ ਨੂੰ ਕੁਝ ਦੇ ਕੇ ਤਿਲ ਜਿੰਨੀ ਇਹ ਤਮਾ ਨਹੀਂ ਕਰਦਾ ਕਿ ਮੈਂ ਤੈਨੂੰ ਦਿੱਤਾ, ਤੂੰ ਮੈਨੂੰ ਇਹਦੇ ਬਦਲੇ ਕੀ ਦੇਵੇਂਗਾ। ਧਿਆਨ ਦਿਓ, ਇੱਥੇ ਕੋਈ ਵੀ ਚੀਜ਼ ਦੇਨੇ ਆ, ਸਾਡੇ ਦੇਣ ਦੇ ਅੰਦਰ, ਸਾਡੇ ਵਰਤਾਨ ਦੇ ਅੰਦਰ ਕਿਤੇ ਨਾ ਕਿਤੇ ਤਮਾ ਜ਼ਰੂਰ ਲੁਕਿਆ ਹੋਇਆ ਹੈ। ਜੇ ਅੱਜ ਕੋਈ ਰਾਜਨੇਤਾ ਗਰੀਬਾਂ ਦੀ ਕੁੱਲੀਆਂ ਵਿੱਚ, ਕੱਖਾਂ ਦੀਆਂ ਕੁੱਲੀਆਂ ਵਿੱਚ ਜਾ ਕੇ ਕੁਝ ਵੰਡਦਾ ਹੈ, ਉਹ ਧਰਮਾਤਮਾ ਨਹੀਂ। ਉਹ ਕੰਬਲ ਦੇ ਬਦਲੇ ਕੱਲ ਨੂੰ ਚਾਹੇਗਾ ਇਹ ਲੋਕ ਮੇਰੇ ਨਾਂ ਉੱਪਰ ਸਟੈਂਪ ਲਾਉਣ। ਜੇ ਕੋਈ ਪੁੰਨੀ ਬੰਦਾ ਗਰੀਬਾਂ ਦੀਆਂ ਕੁੱਲੀਆਂ ਵਿੱਚ, ਧਰਮੀ ਬੰਦਾ ਕੁਝ ਵੰਡਣ ਗਿਆ ਹੈ, ਬਹੁਤਾਤ ਵਿੱਚ ਉਹ ਹੋਣਗੇ ਜਿਹੜੇ ਅਗਲੇ ਸੁੱਖ ਦੀ ਇੱਛਾ ਰੱਖਣਗੇ। ਇੱਥੇ ਇੱਕ ਕੰਬਲ ਇਹਨਾਂ ਨੂੰ ਦਿੱਤਾ ਹੈ ਤੇ ਅੱਗੇ ਰੱਬ ਸਾਡੀ ਪੱਤ ਟੱਕੇਗਾ। ਧਿਆਨ ਦਿਆ ਜੇ, ਪਰ ਤਮਾ ਤਾਂ ਹੈ ਨਾ, ਇਹ ਗੱਲ ਵੱਖਰੀ। ਭਾਵੇਂ ਰੱਬ ਦੇ ਨਾਮ ਤੇ ਤਮਾ ਹੈ, ਪਰ ਅੰਦਰ ਇਹ ਜ਼ਰੂਰ ਹੈ ਕਿ ਮੈਂ ਕਿਸੇ ਨੂੰ ਇੱਕ ਦਿੱਤਾ ਹੈ, ਇਹਦੇ ਬਦਲੇ 100 ਮਿਲੇਗਾ। ਕੋਈ ਇਨਸਾਨ ਪੁੰਨ ਕਰਦਾ ਹੈ, ਬੱਚਾ ਆਪਣਾ ਬਿਮਾਰ ਹੈ ਤੇ ਲੋਕਾਂ ਦੇ ਬੱਚਿਆਂ ਨੂੰ ਰਸਤੇ ਵਿੱਚ ਖੜੇ ਕਰਕੇ ਮਿੱਠੇ ਚੌਲ ਪਿਆ ਖਵਾਉਂਦਾ ਹੈ, ਚੇਤੇ ਰੱਖਿਓ ਉਹ ਖੁਸ਼ ਹੋ ਕੇ ਨਹੀਂ, ਉਹਦੇ ਚੌਲ ਖਵਾਉਣ ਪਿੱਛੇ ਵੀ, ਪੀਰ ਨੂੰ ਦੇਗ ਚਾੜਨ ਪਿੱਛੇ ਵੀ ਇੱਕ ਲਾਲਚ ਲੁਕਿਆ ਹੈ। ਕਿਸੇ ਗਰੀਬ ਦੀ ਮੂੰਹ ਵਿੱਚ ਪਾਈ ਰੋਟੀ ਮੇਰਾ ਬੱਚਾ ਠੀਕ ਹੋ ਜਾਏਗਾ। ਪਰ ਰੱਬ ਨੂੰ ਇਹ ਤਮਾ ਹੈ? ਬਿਲਕੁਲ ਨਹੀਂ। ਗੁਰੂ ਜੀ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ। ਉਹਦੀ ਬਖਸ਼ਿਸ਼ ਨੂੰ, ਉਹਦੀ ਅਸੀਸ ਨੂੰ ਦੁਨੀਆ ਦੀ ਕੋਈ ਕਲਮ, ਕੋਈ ਦਵਾਤ ਨਹੀਂ ਲਿਖ ਸਕਦੀ। ਤੇ ਦੂਜਾ, ਉਹ ਮਿਹਰਬਾਨ ਇਤਨਾ ਵੱਡਾ ਦਾਤਾ, ਤਿਲ ਨਾ ਤਮਾਏ। ਤਿਲ ਜਿੰਨਾ ਵੀ ਉਹਨੂੰ ਲਾਲਚ ਨਹੀਂ। ਫਿਰ ਮੇਰੇ ਮਾਲਕ ਨੇ ਇੱਕ ਹੋਰ ਬਚਨ ਕਿਹਾ, ਮੈਂ ਸਿਰਫ ਬੇਨਤੀ ਇਸ ਤੁਕ ਤੇ ਕਰ ਰਿਹਾ ਕਿ ਦੱਦਾ ਦਾਤਾ ਏਕ ਹੈ, ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਰਾਮ। ਹੁਣ ਉਹਦੇ ਭੰਡਾਰੇ ਵੀ ਤੋਟਾ ਨਹੀਂ, ਉਹਨੂੰ ਤਮਾ ਕੋਈ ਨਹੀਂ। ਦੂਸਰੀ ਬੇਨਤੀ, ਜਦੋਂ ਉਹ ਦਿੰਦਾ ਹੈ ਤੇ ਦੇਣ ਲੱਗਿਆ ਉਹ ਕਦੀ ਕਿਰਸ ਨਹੀਂ ਕਰਦਾ ਪਿਆ। ਮੈਂ ਬੇਨਤੀ ਕੀਤੀ, ਸਾਡੇ ਦੰਦ ਕਮਜ਼ੋਰ ਪੈ ਜਾਣਗੇ, ਪਰ ਚੇਤੇ ਰੱਖੋ ਸਾਡੇ ਘਰ ਦਾ ਆਟਾ ਨਹੀਂ ਮੁੱਕਿਆ ਹੋਵੇਗਾ। ਸਾਡੇ ਆਪਣੇ ਤਨ ਦੇ ਅੰਗ ਕਮਜ਼ੋਰ ਪੈ ਜਾਣਗੇ, ਪਰ ਪਾਉਣ ਵਾਲੇ ਕੱਪੜੇ ਤਾਂ ਅਜੇ ਵੀ ਅਲਮਾਰੀ ਵਿੱਚ ਟੰਗੇ ਪਏ ਨੇ। ਸਾਡੇ ਆਪਣੇ ਪੈਰ ਜਿਹੜੇ ਨੇ ਚੱਲਣ ਤੋਂ ਬੇਬਸ ਹੋ ਜਾਣਗੇ, ਪਰ ਕੀਮਤੀ ਜੋੜੇ ਤਾਂ ਅਜੇ ਵੀ ਮੰਜੀ ਦੇ ਕੋਲ ਪਏ ਨੇ। ਪਰਮਾਤਮਾ ਦਾਤਾ, ਉਹ ਦੇਣ ਵਾਲੇ ਕੋਲ ਤੋਟਾ ਨਹੀਂ, ਲੈਣ ਵਾਲੇ ਥੱਕਦੇ ਨੇ। ਤਾਂ ਹੀ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਇੱਕ ਹੋਰ ਬਚਨ ਕਿਹਾ, ਕਹਿਣ ਲੱਗੇ ਦੇਂਦਾ ਦੇ, ਲੈਂਦੇ ਥੱਕ ਪਾਹੇ। ਦੇਣ ਵਾਲਾ ਤੇ ਕਦੀ ਨਹੀਂ ਥੱਕਿਆ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਈ ਖਾਏ। ਅੱਜ ਦੇ ਨਹੀਂ, ਜੁਗਾਂ ਦੇ ਜਿੱਦਣ ਦੇ ਜੀਵ ਪੈਦਾ ਕੀਤੇ, ਉਦਣ ਦੇ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਭੋਗਦੇ ਨੇ, ਖਾਂਦੇ ਪਏ। ਧਿਆਨ ਦਿਆ ਜੇ, ਮੈਂ ਜਪਜੀ ਸਾਹਿਬ ਦੀਆਂ 4 ਤੁਕਾਂ ਲਈਆਂ ਨੇ। ਪਹਿਲੀ ਤੁਕ ਲਈ ਸੀ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਦੂਸਰੀ ਤੁਕ ਅਰਜ਼ ਕੀਤੀ ਹੈ, ਦੇਂਦਾ ਦੇ, ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਤੀਸਰੀ ਬੇਨਤੀ ਕੀਤੀ ਹੈ, ਬਹੁਤਾ ਕਰਮ ਲਿਖਿਆ ਨਾ ਜਾਏ।
ਵੱਡਾ ਦਾਤਾ ਤਿਲ ਨਾ ਤਮਾਹੇ। ਉਸ ਤੋਂ ਅੱਗੇ ਤੁਰੋ ਕਿਤੇ। ਫਿਰ ਉਸ ਦਾਤੇ ਦੇ ਭੰਡਾਰੇ ਵਿੱਚ ਕੀ ਉਹਨੂੰ ਰੋਜ਼-ਰੋਜ਼ ਕੁਝ ਪਾਣਾ ਪੈਂਦਾ ਹੈ? ਅਸੀਂ ਦੇਖਦੇ ਹਾਂ ਆਪਣੇ ਘਰਾਂ ਵਿੱਚ ਰਾਸ਼ਨ ਲੈ ਕੇ ਆਉਂਦੇ ਹਾਂ ਤੇ 6 ਮਹੀਨੇ ਬਾਅਦ, ਕੋਈ 1 ਮਹੀਨੇ ਬਾਅਦ, ਕੋਈ 1 ਹਫ਼ਤੇ ਬਾਅਦ ਆਪਣੇ ਘਰ ਦੇ ਵਿੱਚ ਰਾਸ਼ਨ ਨਵਾਂ ਲਿਆਉਂਦਾ ਹੈ। ਤੇ ਕਈ ਐਸੇ ਨੇ ਜਿਨ੍ਹਾਂ ਸਵੇਰੇ ਖੱਡ ਭੰਨਵੀਂ ਮਿਹਨਤ ਕਰਨੀ ਹੈ, ਦਿਹਾੜੀ ਕਰਨੀ ਹੈ ਤੇ ਸ਼ਾਮ ਨੂੰ ਉਹਨਾਂ ਨੇ ਖਾਣ ਵਾਸਤੇ ਆਟਾ ਖਰੀਦ ਕੇ ਲਿਆਉਣਾ। ਕੋਈ ਰੋਜ਼ ਆਪਣੇ ਘਰ ਵਿੱਚ ਲੈ ਕੇ ਆਉਂਦਾ ਹੈ, ਕੋਈ ਹਫ਼ਤੇ ਬਾਅਦ ਰਾਸ਼ਨ ਖਰੀਦਦਾ ਹੈ, ਕੋਈ ਮਹੀਨੇ ਦਾ ਇਕੱਠਾ ਪਾਉਂਦਾ ਹੈ, ਕੋਈ 6 ਮਹੀਨੇ ਦਾ ਇਕੱਠਾ ਭਰ ਲੈਂਦਾ ਹੈ। ਪਰ ਚੇਤੇ ਰੱਖਿਓ, ਉਹ ਭਰੇ ਹੋਏ ਇੱਕ ਦਿਨ ਖਾਲੀ ਹੁੰਦੇ ਨੇ, ਦੁਬਾਰਾ ਫਿਰ ਭਰਨੇ ਪੈਂਦੇ ਨੇ। ਪਰ ਮੇਰੇ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਮੇਰਾ ਵਾਹਿਗੁਰੂ ਦਾਤਾ ਐਸਾ ਹੈ, ਉਹਨੇ ਆਪਣੇ ਭੰਡਾਰੇ ਵਿੱਚ ਜੋ ਕੁਝ ਪਾਣਾ ਸੀ ਇੱਕੋ ਵਾਰੀ ਭਰ ਦਿੱਤਾ ਹੈ। ਇੰਨਾ ਕੁ ਭਰ ਗਿਆ ਕਿ ਖਾਣ ਵਾਲੇ ਮੁੱਕ ਗਏ ਪਰ ਭੰਡਾਰਾ ਨਹੀਂ ਮੁੱਕਿਆ। ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ, ਆਸਣ ਲੋਏ ਲੋਏ ਭੰਡਾਰ। ਪਿਆਰਿਓ, ਆਸਣ ਦਾ ਅਖਰੀ ਅਰਥ ਹੈ ਟਿਕਾਣਾ, ਲੋਏ ਦਾ ਅਖਰੀ ਅਰਥ ਕਰਾਂਗੇ ਲੋਕ। ਆਸਣ ਲੋਏ ਲੋਏ ਭੰਡਾਰ। ਤੇ ਨਾਲ ਬਚਨ ਕੀਤੋ ਨੇ ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਪਾਇਆ ਉਹਨੇ ਇੱਕੋ ਵਾਰੀ ਹੀ ਭੰਡਾਰਾ ਭਰ ਦਿੱਤਾ ਹੈ। ਉਹਨੂੰ ਪਰਤ ਪਰਤ ਕੇ ਭੰਡਾਰੇ ਭਰਨ ਦੀ ਜ਼ਰੂਰਤ ਹੀ ਨਹੀਂ, ਉਹਨੂੰ ਲੋੜ ਹੀ ਨਹੀਂ ਭਰਨ ਦੀ ਪਈ। ਹੁਣ ਆਪ ਕਹੋਗੇ ਵੀ ਆਸਣ ਲੋਏ ਲੋਏ ਭੰਡਾਰ ਕੀ ਹੋ ਗਿਆ? ਇਸ ਤੁਕ ਤੇ ਦੇਣ ਵਾਲਾ ਦੇ ਰਿਹਾ ਹੈ, ਪਰ ਦੇਣ ਵਾਲਾ ਦਾਤਾ ਇੱਕ ਹੈ। ਬਸ ਇੰਨਾ ਕੁ ਵਿਸ਼ਵਾਸ ਬੰਦੇ ਨੂੰ ਬੱਝ ਜਾਏ ਕਿ ਦੇਣ ਵਾਲਾ ਰੱਬ ਹੈ। ਮੈਂ ਅੱਗੇ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਰੱਬ ਤੇ ਅਕੀਦਾ ਰੱਖਿਆ ਉਹਨਾਂ ਨੇ ਕਿਸੇ ਬੰਦੇ ਅੱਗੇ ਝੋਲੀ ਨਹੀਂ ਫੈਲਾਈ। ਚੇਤੇ ਰੱਖੋ, ਜਿੱਦਣ ਲੋੜ ਪਈ ਪਰਮਾਤਮਾ ਦੇ ਚਰਨਾਂ ਵਿੱਚ ਫਰਿਆਦ ਕੀਤੀ। ਇਸ ਸੰਬੰਧੀ ਇੱਕ ਹੋਰ ਅਰਜ਼ ਕਰਦੇ ਹਾਂ। ਅਸੀਂ ਦੁਨਿਆਵੀ ਤੌਰ ਤੇ ਵਰਤਨ ਵਿਹਾਰ ਕਰਨੇ ਆ। ਕਿਸੇ ਸੱਜਣ ਤੋਂ ਆਪਣੇ ਕੰਮ ਕਾਰ ਲਈ ਇੱਕ ਦੂਜੇ ਤੋਂ ਆਪਾਂ ਉਧਾਰ ਲੈਨੇ ਦੇਨੇ ਆ, ਉਹਨੂੰ ਇਸ ਕਨਸੈਪਟ ਵਿੱਚ ਨਾ ਲਿਆ ਜੇ। ਕਿਸੇ ਨੂੰ ਰੱਬ ਸਮਝ ਕੇ, ਕਿਸੇ ਨੂੰ ਦਾਤਾ ਸਮਝ ਕੇ, ਪਰਮਾਤਮਾ ਨੂੰ ਕੁਝ ਨਾ ਜਾਣਨਾ ਤੇ ਬੰਦਿਆਂ ਨੂੰ ਰੱਬ ਸਮਝ ਕੇ ਉਹਨਾਂ ਦੀਆਂ ਖੁਸ਼ਾਮਦਾਂ ਕਰਨੀਆਂ। ਮੈਂ ਉਸ ਵਿਸ਼ੇ ਸੰਬੰਧੀ ਕਹਿ ਰਿਹਾ, ਕਿਉਂਕਿ ਤੁਸੀਂ ਵਪਾਰੀ ਸੱਜਣ ਬੈਠੇ ਹੋ, ਦੁਕਾਨਦਾਰ ਬੈਠੇ ਹੋ, ਕਿਰਤ ਕਰਨ ਵਾਲੇ ਸੁਣਦੇ ਹੋ। ਤੁਸੀਂ ਕਹੋਗੇ ਫਿਰ ਤਾਂ ਸਾਨੂੰ ਜ਼ਰੂਰਤ ਪੈਂਦੀ ਹੈ ਕਿਸੇ ਭਰਾ ਕੋਲੋਂ, ਕਿਸੇ ਵੀਰ ਕੋਲੋਂ, ਕਿਸੇ ਦੁਕਾਨਦਾਰ ਕੋਲੋਂ ਕੰਮ ਚਲਾਉਣ ਵਾਸਤੇ। ਨਹੀਂ, ਇਹਦਾ ਭਾਵ ਇਹ ਨਹੀਂ। ਮੇਰੇ ਕਹਿਣ ਤੋਂ ਮੁਰਾਦ ਇਹ ਵੇ ਕਿ ਕਿਸੇ ਤਾਕਤ ਵਾਲੇ ਨੂੰ ਦੇਖ ਕੇ ਕੱਲੀਆਂ ਉਹਦੀਆਂ ਖੁਸ਼ਾਮਦਾਂ ਕਰੀ ਜਾਣੀਆਂ ਤੇ ਰੱਬ ਦਾਤੇ ਨੂੰ ਵਿਸਾਰ ਦੇਣਾ, ਉਹ ਵਿਸ਼ੇ ਤੇ ਮੈਂ ਬੇਨਤੀ ਕਰ ਰਿਹਾ ਕਿ ਦੇਣ ਵਾਲਾ ਕੇਵਲ ਪਰਮਾਤਮਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਅਨੁਸਾਰ ਉਹਨੇ ਹਰ ਲੋਕ ਵਿੱਚ ਆਪਣੇ ਭੰਡਾਰੇ ਭਰ ਦਿੱਤੇ ਤੇ ਜਿਹੋ ਜੀ ਜੀਵ ਨੂੰ ਰੋਜ਼ੀ ਚਾਹੀਦੀ ਸੀ, ਉਸ ਦਾਤੇ ਨੇ ਉਹ ਕੁਛ ਹੀ ਰੋਜ਼ੀ ਹਰ ਜੀਵ ਲਈ ਪੈਦਾ ਕਰ ਦਿੱਤੀ। ਮਹਾਰਾਜ ਕਿਵੇਂ ਉਹਨੇ ਹਰ ਲੋਕ ਵਿੱਚ ਭੰਡਾਰੇ ਭਰੇ। ਤੇ ਮੇਰੇ ਗੁਰੂ ਅੰਗਦ ਸਾਹਿਬ ਨੇ ਇਸ ਸੰਬੰਧੀ ਇੱਕ ਅੰਮ੍ਰਿਤ ਬਚਨ ਕਿਹਾ ਹੈ, ਆਸਣ ਲੋਏ ਲੋਏ ਭੰਡਾਰ। ਇਹ ਗੁਰੂ ਨਾਨਕ ਸਾਹਿਬ ਦਾ ਹੈ। ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿਵੇਂ ਹਰ ਲੋਕ ਵਿੱਚੋਂ ਰੋਜ਼ੀ ਦਿੰਦਾ ਹੈ। ਦਾਤਾਰ ਦੇ ਬਚਨ ਨੇ, ਨਾਨਕ ਚਿੰਤਾ ਮਤ ਕਰੋ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ ਦੱਦਾ ਦਾਤਾ ਏਕ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ਗੀ ਹੈ। ਪਿਆਰਿਓ, ਜਲ ਮੈਂ ਜੰਤ ਉਪਾਇਨ ਆਸਣ ਲੋਏ ਲੋਏ ਭੰਡਾਰ। ਗੁਰੂ ਜੀ ਨੇ ਸਿਰਫ ਇੱਕ ਪਾਣੀ ਦੀ ਉਦਾਹਰਨ ਦਿੱਤੀ। ਹਾਲਾਂਕਿ ਵਾਹਿਗੁਰੂ ਨੇ ਇਹੋ ਜਿਹੇ ਜੀਵ ਪੈਦਾ ਕੀਤੇ ਨੇ ਜਿਨ੍ਹਾਂ ਦੇ ਰਿਜ਼ਕ ਸੰਬੰਧੀ ਸੋਚ ਕੇ ਹੈਰਾਨ ਹੋ ਜਾਈਦਾ, ਪਰਮਾਤਮਾ ਤੂੰ ਇਹਨਾਂ ਨੂੰ ਰੋਜ਼ੀ ਦਾ ਵਸੀਲਾ ਇਹੋ ਜਿਹਾ ਬਣਾਏ। ਇੱਕ ਮੱਖੀ ਹੈ, ਭਾਈ ਸਾਹਿਬ ਦੀ ਲਿਖਤ ਵਿੱਚ ਇੱਕ ਦਿਨ ਮੈਂ ਪੜ੍ਹਿਆ ਕਿ ਮੱਖੀ ਦਾ ਨਾਮ ਹੈ ਜੋਨਰ। ਜੋਨਰ ਨਾਮ ਦੀ ਮੱਖੀ ਹੈ। ਕਹਿੰਦੇ ਨੇ ਉਹਦੀ ਖੁਰਾਕ ਪਤਾ ਕੀ ਹੈ? ਨਾ ਤਾਂ ਉਹ ਫੁੱਲਾਂ ਤੇ ਬੈਠਦੀ ਹੈ, ਨਾ ਉਹ ਮੱਖੀ ਕਦੀ ਗੁੜ ਉੱਤੇ ਬੈਠਦੀ ਹੈ, ਨਾ ਉਹ ਮਿੱਠੇ ਤੇ ਨਾ ਘਰ ਦੇ ਪ੍ਰਸ਼ਾਦ ਪਾਣੀ ਤੇ। ਉਹਦੀ ਖੁਰਾਕ ਇਹ ਵੇ ਕਿ ਜਦੋਂ ਸ਼ੇਰ ਆਪ ਸ਼ਿਕਾਰ ਕਰੇ ਤੇ ਸ਼ਿਕਾਰ ਕਰਕੇ ਸ਼ੇਰ ਉਸ ਕੀਤੇ ਹੋਏ ਸ਼ਿਕਾਰ ਦਾ ਮਾंस ਖਾਏ ਤੇ ਜਦੋਂ ਸ਼ੇਰ ਪੂਰੀ ਤੌਰ ਤੇ ਪੂਰਨ ਤੌਰ ਤੇ ਤ੍ਰਿਪਤ ਹੋ ਜਾਏ
ਤੇ ਤ੍ਰਿਪਤ ਹੋ ਕੇ ਜਦੋਂ ਸ਼ੇਰ ਉਬਾਸੀ ਲੈਂਦਾ ਹੈ ਤੇ ਇੰਨੇ ਸਮੇਂ ਵਿੱਚ ਉਸ ਮੱਖੀ ਨੇ ਸ਼ੇਰ ਦੇ ਦੰਦਾਂ ਵਿੱਚ ਅੜੀਆਂ ਹੋਈਆਂ ਮਾਸ ਦੀਆਂ ਤੰਦਾਂ ਨੂੰ ਖਿੱਚ ਕੇ ਖਾਣਾ ਹੈ। ਰੱਬ ਨੇ ਰੋਜੀ ਰੋਜੀ ਕੇਵਲ ਇੰਨੀ ਕੋਈ ਹੀ ਬਣਾਈ ਹੈ ਤੇ ਪਰਮਾਤਮਾ ਉਹਨੂੰ ਰੋਜ਼ੀ ਨਹੀਂ ਦਿੰਦਾ ਪਿਆ। ਦੇਖੋ ਵਾਹਿਗੁਰੂ ਦੀ ਖੇਡ ਕੈਸੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਨੂੰ ਦਾਤਾ ਨਾ ਸਮਝੀ। ਗੁਰੂ ਤੇਗ ਬਹਾਦਰ ਕਹਿੰਦੇ ਨੇ ਐਵੇਂ ਇਖਲਾਕ ਤੋਂ ਡਿੱਗ ਕੇ ਇਹ ਨਾ ਕਹਿ ਦੀ ਕਿ ਮੇਰਾ ਦਾਤਾ ਹੀ ਤੂੰ ਹੈ। ਕਹਿੰਦੇ ਨੇ ਨਹੀਂ, ਦੇਣ ਵਾਲਾ ਕੇਵਲ ਇੱਕ ਪਰਮਾਤਮਾ ਹੈ, ਜਿਹੜਾ ਇਹੋ ਜਿਹੀਆਂ ਮੱਖੀਆਂ ਪੈਦਾ ਕਰਕੇ ਕਦੋਂ ਸ਼ੇਰ ਸ਼ਿਕਾਰ ਕਰੇਗਾ, ਕਦੋਂ ਤ੍ਰਿਪਤ ਹੋਵੇਗਾ, ਕੀ ਪਤਾ ਉਹ ਵਾਸੀ ਲੈ ਕੇ ਨਾ ਕਦੋਂ ਉਹ ਵਾਸੀ ਲਏਗਾ ਤੇ ਉਹਦੇ ਦੰਦਾਂ ਵਿੱਚ ਅੜੇ ਹੋਏ ਮਾਸ ਦੇ ਟੁਕੜੇ ਨੂੰ ਖਿੱਚ ਕੇ ਉਹਨੇ ਪੇਟ ਭਰਨਾ ਤੇ ਆਖਰ ਰੱਬ ਉਸ ਮੱਖੀ ਨੂੰ ਵੀ ਪੈਦਾ ਕਰਕੇ ਦਾ ਰੋਜ਼ੀ ਦੇ ਰਿਹਾ ਹੈ ਨਾ। ਆਸਨ ਲੋਏ ਲੋਏ ਭੰਡਾਰ ਜਗਤ ਭਿਖਾਰੀ ਫਿਰਤਾ ਹੈ ਸਭ ਕੋ ਦਾਤਾ ਰਾਮ। ਗੁਰੂ ਜੀ ਨੇ ਕਿਹਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਹੈ ਪਿਆਰਿਓ ਜਲ ਮੈਂ ਜੰਤ ਉਪਾਇਨ ਤਿਨਾ ਭੇ ਰੋਜੀ ਦੇ। ਸਿਰ ਮੈਂ ਅਜੇ ਜੀਵਾਂ ਦੀ ਰੋਜੀ ਸੰਬੰਧੀ ਫਿਰ ਇਨਸਾਨ ਜਿਹੜਾ ਭਿਖਾਰੀਏ ਦੀ ਸੰਬੰਧੀ ਬੇਨਤੀ ਕਰਨੀ। ਕਹਿਣ ਲੱਗੇ ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜੀ ਦੇ। ਉਥੇ ਹੱਟ ਨਾ ਚੱਲਈ, ਇੱਥੇ ਤਾਂ ਬਾਜ਼ਾਰ ਬਣਾ ਕੇ ਬੈਠਾ ਇਨਸਾਨ, ਪਰ ਪਾਣੀ ਵਿੱਚ ਤਾਂ ਕਿਸੇ ਨੇ ਖੱਟੀ ਵੀ ਨਹੀਂ ਪਾਈ, ਕਿਸੇ ਨੇ ਦੁਕਾਨ ਨਹੀਂ ਬਣਾਈ, ਉੱਥੇ ਤਾਂ ਕੋਈ ਪਲਾਜ਼ੇ ਨਹੀਂ, ਕੋਈ ਮਾਰਕੀਟ ਨਹੀਂ। ਕਹਿਣ ਲੱਗੇ ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ਼ ਕਰੇ, ਉੱਥੇ ਤਾਂ ਖੇਤੀ ਵੀ ਕੋਈ ਨਹੀਂ ਕਰਦਾ, ਕਿਸੇ ਨੇ ਪਾਣੀ ਵਿੱਚ ਖਾਲ ਬਾਂਧੇ ਹੋਏ ਜੀਵ ਦੇਖੇ ਨੇ। ਕਹਿਣ ਲੱਗੇ ਉੱਥੇ ਹੱਟ ਨਾ ਚੱਲੀ ਨਾ ਕੋ ਕਿਰਸ਼ ਕਰੇ, ਸੌਦਾ ਮੂਲ ਨਾ ਹੋਵੇ। ਕਦੀ ਵਪਾਰੀ ਇੱਕ ਦੂਜੇ ਨਾਲ ਪਾਣੀ ਵਿੱਚ ਬੈਠੇ ਜੀਵ ਸੌਦਾ ਨਹੀਂ ਕਰਦੇ ਪਏ। ਸੌਦਾ ਮੂਲ ਨਾ ਹੋਵੀ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜਿयो ਦੱਦਾ ਦਾਤਾ ਏਕ ਹੈ ਸਭ ਕੋ ਦੇਵਨਖਾਰ। ਜੀਆਂ ਕਾ ਆਹਾਰ ਜਿयो। ਕਹਿਣ ਲੱਗੇ ਪਿਆਰਿਆ ਉਹ ਕਿਰਪਾ ਕਰਕੇ ਇਹਨਾਂ ਜੀਵਾਂ ਦੀ ਇਹਨਾਂ ਜੀਵਾਂ ਤੋਂ ਹੀ ਖੁਰਾਕ ਬਣਾਈ ਬੈਠਾ ਹੈ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਭੀ ਰੋਜੀ ਦੇ। ਉਥੇ ਖੱਟ ਨਾ ਚੱਲੀ ਨਾ ਕੋ ਕਿਰਸ਼ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ। ਜੀਆਂ ਕਾ ਆਹਾਰ ਜਿयो ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ ਤਿਨਾ ਪੇਸ਼ਾਰ ਕਰੇ। ਪਿਆਰਿਆ ਚੇਤੇ ਰੱਖ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ਼ੀ ਹੈ। ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਉਹ ਸਾਰੇ ਜੀਵਾਂ ਨੂੰ ਆਪ ਰਿਜ਼ਕ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰ ਰਿਹਾ ਸਭ ਕੋ ਦੇਵਨਖਾਰ। ਕੋਈ ਜੀਵ ਐਸਾ ਨਹੀਂ ਜਿਹਨੂੰ ਉਹ ਰਿਜ਼ਕ ਨਾ ਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਜਦੋਂ ਕਿਤੇ ਰਾਜ਼ਕ ਦੀ ਗੱਲ ਕੀਤੀ ਨਾ ਤੇ ਆਨੰਦ ਆ ਜਾਂਦਾ ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹ ਕੇ। ਕੱਲ ਮੈਂ ਜ਼ਫਰਨਾਮੇ ਵਿੱਚੋਂ ਇੱਕ ਸ਼ੇਰ ਆਪ ਨਾਲ ਸਾਂਝਾ ਕੀਤਾ ਸੀ। ਜ਼ਫਰਨਾਮੇ ਦਾ ਦੂਜਾ ਸ਼ੇਰ ਹੈ ਅੱਜ। ਕਹਿਣ ਲੱਗੇ ਆਮਾ ਬਖਸ਼ ਬਖਸ਼ੰਦਾ ਉਹ ਦਸਤਗੀਰ। ਆਮਾ ਬਖਸ਼ ਹੇ ਪ੍ਰਮਾਤਮਾ ਤੇਰੇ ਤੋਂ ਬਿਨਾ ਸਾਨੂੰ ਕਿਸੇ ਨੇ ਸ਼ਰਨ ਵਿੱਚ ਰੱਖਣਾ। ਕਿਰਪਾ ਕਰ ਸਾਨੂੰ ਆਪਣੇ ਡਿੱਗਿਆ ਹੋਇਆਂ ਨੂੰ ਆਪਣੀ ਸ਼ਰਨ ਵਿੱਚ ਰੱਖ। ਕਿਉਂ? ਕਹਿਣ ਲੱਗੇ ਬਾਕੀ ਕਿਸੇ ਦੇ ਕੋਲ ਜਾਵਾਂਗੇ ਉਹ ਆਪਣੇ ਕੋਲੋਂ ਸ਼ਰਨ ਵਿੱਚ ਰੱਖਣਗੇ ਪਰ ਚਿਤਾਰਨਗੇ ਜ਼ਰੂਰ ਕਿ ਚੇਤੇ ਰੱਖ ਅੱਜ ਮੈਂ ਤੇਰੀ ਮਦਦ ਕਰਨ ਲੱਗਾ ਪਰ ਚੇਤੇ ਰੱਖੀ ਫਲਾਣੇ ਟਾਈਮ ਤੂੰ ਮੈਨੂੰ ਆਹ ਗੱਲ ਕਹੀ ਸੀ। ਕਹਿੰਦੇ ਨੇ ਤੂੰ ਇਹੋ ਜਿਹਾ ਕਿਰਪਾਲੂ ਵੇਂ ਜਦੋਂ ਤੇਰੇ ਚਰਨਾਂ ਵਿੱਚ ਡਿੱਗੀਦਾ ਤੂੰ ਕਦੀ ਚਿਤਾਰਦਾ ਹੀ ਨਹੀਂ ਕਿ ਬੰਦਿਆ ਤੂੰ ਮੈਨੂੰ ਕਦੀ ਚੇਤੇ ਨਹੀਂ ਕੀਤਾ ਹੁਣ ਮੇਰੇ ਬੂਹੇ ਤੇ ਆ ਗਏ। ਇਨਸਾਨ ਚੇਤੇ ਕਰਾਂਦਾ ਰੱਬ ਚੇਤੇ ਵੀ ਨਹੀਂ ਜੇ ਕਰਾਂਦਾ। ਕਹਿਣ ਲੱਗੇ ਆਵਾਂ ਬਖਸ਼ ਬਖਸ਼ੰਦਾ ਉਹ ਦਸਤਗੀਰ। ਦਸਤਗੀਰ ਦਾ ਅਖਰੀ ਅਰਥ ਹੈ ਖੱਤ ਪਕੜਨ ਵਾਲਿਆ ਬਾਹਾਂ ਪਕੜਨ ਵਾਲਿਆ। ਖੇ ਮੇਰੇ ਪਰਮਾਤਮਾ ਤੇਰੀ ਸ਼ਰਨ ਵਿੱਚ ਆਈਏ। ਕਦੀ ਤੂੰ ਚਿਤਾਰਦਾ ਨਹੀਂ ਕਿ ਬੰਦਿਆ ਅੱਜ ਤੈਨੂੰ ਚੇਤੇ ਆ ਗਿਆ ਮੇਰੇ ਕੋਲ ਆਉਣਾ ਪਰ ਅਸੀਂ ਚਿਤਾਰਨੇ ਹਾਂ। ਪਿਆਰਿਓ ਦੇਖੋ ਆਪਾਂ ਜਿਤਨੇ ਬੈਠੇ ਹਾਂ ਅਸੀਂ ਹਰ ਬੰਦਾ ਚਿਤਾਰਨੇ ਹਾਂ। ਕੋਈ ਬੰਦਾ ਲੋੜ ਵੇਲੇ ਆ ਡਿੱਗੇ ਉਹਨੂੰ ਜ਼ਰੂਰਤ ਪੈ ਜਾਏ ਤੇ ਕਹਿੰਦੇ ਅੱਜ ਤੈਨੂੰ ਸਾਡਾ ਚੇਤਾ ਆ ਗਿਆ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੇਰੇ ਦਰ ਤੇ ਤਾਂ ਕਈ ਜਨਮਾਂ ਦੇ ਤੇਰੇ ਤੋਂ ਦੂਰ ਗਏ ਹੋਏ ਫਿਰ ਆ ਡਿੱਗੀਏ
ਤੂੰ ਕਦੀ ਬੰਦੇ ਡਿੱਗੇ ਹੋਏ ਨੂੰ ਇਹ ਨਹੀਂ ਕਹਿੰਦਾ ਤੈਨੂੰ ਅੱਜ ਚੇਤੇ ਆ ਗਿਆ ਮੇਰੇ ਕੋਲ ਫਿਰ ਆ ਗਏ। ਕਹਿਣ ਲੱਗੇ ਨਖੀ ਆਵਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਡਿੱਗਿਆਂ ਹੋਇਆਂ ਨੂੰ ਸ਼ਰਨ ਦੇਣ ਵਾਲਿਆ, ਢੱਠਿਆਂ ਹੋਇਆਂ ਦੀ ਬਾਹ ਪਕੜਨ ਵਾਲਿਆ, ਖਤਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਆ ਤਿੰਨ ਸ਼ਬਦ ਚੇਤੇ ਰੱਖਿਓ। ਆਵਾਂ ਬਖਸ਼ ਬਖਸ਼ੰਦਾ ਉਹ ਦਸਤਗੀਰ, ਡਿੱਗਿਆਂ ਦੀਆਂ ਬਾਹਾਂ ਪਕੜਨ ਵਾਲੇ ਦਾਤਾ, ਡਿੱਗਿਆਂ ਨੂੰ ਗਲੇ ਲਾਉਣ ਵਾਲੇ ਵਾਹਿਗੁਰੂ, ਖਤਾ ਬਖਸ਼ ਮੇਰੇ ਗੁਨਾਹ ਬਖਸ਼ ਦੇ। ਤੂੰ ਨਹੀਂ ਚੇਤੇ ਕਰਾਣੇ ਵੀ ਬੰਦਿਆ ਆ ਗੁਨਾਹ ਤੂੰ ਕੀਤੇ ਨੇ, ਪਰ ਮੈਂ ਖੁਦ ਮੰਨਣ ਨੂੰ ਆ ਗਿਆ, ਮੇਰੇ ਗੁਨਾਹਾਂ ਨੂੰ ਬਖਸ਼ ਦੇ। ਖਤਾ ਬਖਸ਼ ਰੋਜ਼ੀ ਦੇਖੋ ਰਿਜ਼ਕ ਦੇਣ ਵਾਲਿਆਂ, ਦਿਲ ਪਜ਼ੀਰ। ਦਿਲ ਪਜ਼ੀਰ ਦਰ ਤੇ ਦਿਲ ਨੂੰ ਪਿਆਰਾ ਲੱਗਣ ਵਾਲਾ। ਕਹਿੰਦੇ ਨੇ ਖੇ ਵਾਹਿਗੁਰੂ ਤੂੰ ਕਿਰਪਾ ਕਰ, ਭਾਵੇਂ ਅਸੀਂ ਜਿਤਨੇ ਮਰਜ਼ੀ ਮਾੜੇ ਕਰਮ ਕਰੀਏ, ਤੂੰ ਇਹੋ ਜਿਹਾ ਦਾਤਾ ਰੋਜ਼ੀ ਦੇਖ ਕੇ ਫਿਰ ਸਾਨੂੰ ਪਿਆਰ ਕਰਨ ਲੱਗ ਪੈਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਹ ਜ਼ਫਰਨਾਮੇ ਦਾ ਬਚਨ ਸੀ। ਕਦੀ ਪੜੋ ਹਜ਼ੂਰ ਕਿਰਪਾਲੂ ਜੀ ਦੇ ਸਵਈਏ, ਕਹਿਣ ਲੱਗੇ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ, ਜਗਤ ਪਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਦਪ ਸਰਬ समय सब को प्रतिपारै, पोखत है जल में थल में पल में कल के नहीं, कर्म विचारै जगत भिखारी फिरत है सब को दाता राम। गरीबां दी सहायता करना है वाहिगुरु जी, पहाड़ां विच छिपे होए कीड़ियां नूं रिजक देना है, पत्थर विच पलदे होए कीड़ियां दी रोजी बनाना है, कीड़ियां विच रहिंदे कीड़ियां नूं रोजी देना है। ध्यान दिया जे शरीर एक कीक है, असी देखने जे गिनती करिए बंदा भी तो एक कीड़े की तरह है ना, ते साडे शरीर दे अंदर रब ने पता नहीं किन्ने कु करोड़ां सैल निके निके पैदा कीते ने प्यारिओ। वो भी एक जोन है, वो भी एक जोन है। साडे शरीर दे सैल ने जिन्ना करके जेड़े ताकत देंदे ने, कुछ बीमारी देने। कहन लगे परमात्मा तू कीड़े पैदा करने, कीड़ियां विच बैठे हुए कीड़ियां दी भी संभाल पिया करना है। ये तेरा खेड है ना। दीनन की प्रतिपाल करे नित संत उबार गनी मन गारै, पश पशु नग नाग निरादब सर्ब समय सबको प्रतिपारै, पोखत है जल में थल में पल में कल के नी कर्म विचारै। पानी विच तू रोजी देना है, आकाश विच तू रोजी देना है, मिट्टी विच बैठियां नूं रोजी देना है, पर किसे नूं रोजी देन लगिया ओदी थाली विच रोटी पा के तू ये नहीं चितारदा कि मैं तेनू रोटी देना पिया। वाहिगुरू केवल तू दाता है, किसे दे कर्म नहीं तू विचारदा। पोखता है जल में थल में पल में कल के नी कर्म विचारै, दीन दयाल दया निध जगत भिखारी फिरत है सबको दाता राम। दीन दयाल दया निध दोखन देखत है कि ओदे तो साडे गुनाह लुके ने, कि साडे पाप ओदे तो छिपे ने, कि साडे औगण ओदे अगे कोई पर्दा पा के लुका सकदा है। साडे गुनाहां नूं, साडे पापां नूं, साडे औगणां नूं, साडे कीते होए कुकर्मां नूं तू देख ना कहें, पर देख के भी कहना चल कोई नहीं, पैदा कीता है ते रोटी ते मैं देनी हुई है ना। दोखम देखत है पर देत ना हार है। हुण इस तो अगे एक बचन है जिहड़ा मैं आप नाल साझा करना चाहना। फिर उस प्यारे दीन दयाल दा सुभाव कैसा है, वो रिजक देंदा है, रोजी देंदा है। ते मैं आरंभ विच अज विशा शुरू इथों कीता सी, वो मजबूरी करके नहीं, वो खुश होके देंदा है। तुस देवें करें पसाहो। गुरु गोबिंद सिंह जी ने एक बचन किया, कहन लगे मजबूरी वाले कई बारी वासना विच फस जाते हैं। इस दुनिया विच तुसी देखोगे कई लोग काम की पूर्ति लिए किसी दे घर रोटी पै देंदे ने, कई लोग किसी दे तन दे उत्ते कब्जा कर ली उन्होंने रोटी पै देंदे ने। समाज है ना, कहंदे ने परमात्मा तू ना लालच करके, ना काम करके, ना क्रोध करके, ना लोभ करके, ना मोह करके, किसे भी फुरने करके जीव नूं रोजी नहीं देंदा। तेरा तां सुते सिद्ध सुभाव ही दयालता वाला है। काम ना क्रोध, ना लोभ, ना मोह, ना रोग, ना सोग, ना भोग, ना पैख है। एवे मेरा दाता जिन्हों गुरु तेग बहादुर जी कह रहे ने, जगत भिखारी फिरता है सबको दाता राम।
ਕਾਮ ਦੇ ਅਧੀਨ ਹੋ ਕੇ ਕਿਸੇ ਨੂੰ ਰੋਜੀ ਨਹੀਂ ਦਿੰਦਾ। ਤੁਸੀਂ ਇਸ ਧਰਤੀ ਤੇ ਦੇਖੋ ਕਿਤਨੇ ਕੁ ਪਾਪ ਹੁੰਦੇ ਨੇ, ਕਿੰਨੇ ਪਾਪ ਹਰ ਸ਼ਹਿਰ ਵਿੱਚ ਹੁੰਦੇ ਨੇ। ਲੋਕ ਢਿੱਡ ਦੀ ਖਾਤਰ ਆਪਣੇ ਤਨ ਨੂੰ ਵੇਚਣ ਤੁਰ ਪੈਂਦੇ ਨੇ। ਕਹਿੰਦੇ ਨੇ ਪ੍ਰਮਾਤਮਾ ਤੂੰ ਕਦੀ ਕਾਮ ਦੇ ਅਧੀਨ ਆ ਕੇ ਕਿਸੇ ਨੂੰ ਰੋਟੀ ਨਹੀਂ ਦਿੰਦਾ, ਤੂੰ ਕ੍ਰੋਧ ਦੇ ਅਧੀਨ ਆ ਕੇ ਕਿਸੇ ਦੀ ਰੋਜ਼ੀ ਖੋਂਦਾ ਨਹੀਂ, ਤੂੰ ਮੋਹ ਦੇ ਅਧੀਨ ਆ ਕੇ ਇਹ ਨਹੀਂ ਕਿ ਮੇਰੀ ਕੌਮ ਦੇ ਬੱਚੇ ਨੇ, ਮੇਰੇ ਪਰਿਵਾਰ ਦੇ ਜੀ ਨੇ, ਚਲੋ ਮੇਰਾ ਖੂਨ ਦਾ ਰਿਸ਼ਤਾ ਮੈਂ ਤਾਂ ਰੋਜ਼ੀ ਦੇਣਾ। ਕਹਿਣ ਲੱਗੇ ਤੇਰਾ ਕੋਈ ਮੋਹ, ਕੋਈ ਕਾਮ, ਕ੍ਰੋਧ, ਲੋਭ, ਮੋਹ ਤੇ ਨਾ ਤੂੰ ਕਿਸੇ ਡਰ ਦੇ ਅਧੀਨ ਰੋਟੀ ਦੇਣਾ ਕਿ ਜੇ ਮੈਂ ਰੋਟੀ ਨਾ ਦਿੱਤੀ ਤੇ ਲੋਕ ਮੇਰੇ ਬਰਖਲਾਫ ਮੁਜ਼ਾਹਰੇ ਕਰਨਗੇ। ਕਹਿੰਦੇ ਨੇ ਤੈਨੂੰ ਕੋਈ ਭੈਖ ਹੈ? ਇਹ ਤਾਂ ਦਾਤੇ ਦੇ ਗੁਣ ਨੇ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈਖ ਹੈ। ਦੇ ਬਖੀਨ ਤੇਰਾ ਇੱਕ ਸਰੀਰ ਕੋਈ ਨਹੀਂ, ਸਰੀਰ ਤੋਂ ਬਿਨਾ ਸਨੇਹ ਸਭੋ ਤਨ, ਆਪ ਸਰੀਰ ਤੋਂ ਬਿਨਾ ਤੇ ਸਾਰੇ ਸਰੀਰਾਂ ਨੂੰ ਤੂੰ ਰੋਟੀ ਪਿਆ ਦੇਣਾ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈਖ ਹੈ। ਦੇ ਬਖੀਨ स्नेह सबो तन नेह बिरकत अगह अछय है। जान को देत अजान को देत, जान को देत। ਇਹਦੇ ਅਰਥ ਟੀਕਾਕਾਰਾਂ ਨੇ 10ਵੇਂ ਗ੍ਰੰਥ ਦੇ ਜਦੋਂ ਅਰਥ ਕੀਤੇ ਤੇ ਦੋ ਤਰ੍ਹਾਂ ਨਾਲ ਕੀਤੇ ਨੇ। ਜਾਨ ਕੋ ਦੇਖ ਦਾ ਆਖਰੀ ਅਰਥ ਹੈ ਜਿਹੜੇ ਜਾਣਕਾਰ ਨੇ। ਮੈਂ ਦੋਨੋਂ ਅਰਥ ਕਰ ਦੇਣਾ, ਜਿਨ੍ਹਾਂ ਨੂੰ ਸੋਝੀ ਹੈ। ਜਾਣਕਾਰ ਦਾ ਅਰਥ ਜਿਹੜੇ ਸਮਝਦੇ ਨੇ ਪਰਮਾਤਮਾ ਹੈ, ਨਾਮ ਹੈ, ਸਿਮਰਨ ਹੈ, ਗਿਆਨਵਾਨ ਨੇ। ਅਜਾਨ ਕੋ ਦੇਤ, ਅਜਾਨ ਕੋ ਦਾ ਆਖਰੀ ਅਰਥ ਹੈ ਕਿ ਹੇ ਪਰਮਾਤਮਾ ਜਿਨ੍ਹਾਂ ਨੂੰ ਤੇਰੇ ਬਾਰੇ ਜਾਣਕਾਰੀ ਹੀ ਨਹੀਂ ਕਿ ਤੇਰਾ ਸਿਮਰਨ ਕੀ, ਤੇਰਾ ਨਾਮ ਕੀ, ਤੇਰੀ ਬੰਦਗੀ ਕੀ, ਤੂੰ ਅਗਿਆਨੀਆਂ ਨੂੰ ਵੀ ਰਿਜ਼ਕ ਦੇਣਾ ਹੈ। ਪਹਿਲੇ ਅਰਥ ਇਹ ਕੀਤੇ ਨੇ। ਦੂਸਰੇ ਨੇ ਜਾਨ, ਜਿਨ੍ਹਾਂ ਦੇ ਵਿੱਚ ਚੇਤਨਤਾ, ਜਿਨ੍ਹਾਂ ਵਿੱਚ ਜਾਨ ਹੈ। ਸਮਝ ਗਿਆ ਮੇਰੀ ਬੇਨਤੀ ਨੂੰ? ਜੜ ਤੇ ਚੇਤਨ ਦੋ ਨੇ। ਇੱਕ ਨੇ ਜੜ, ਹੁਣ ਪੱਥਰ ਕੀ ਹੈ, ਜੜ ਹੀ ਕਹਾਂਗੇ ਨਾ। ਤੇ ਚੇਤਨ ਦਾ ਅਰਥ ਹੈ ਜਿਹਦੇ ਅੰਦਰ ਚੇਤਨਤਾ, ਜਿਹਦੇ ਅੰਦਰ ਤਾਕਤ ਹੈ। ਹੇ ਮੇਰੇ ਵਾਹਿਗੁਰੂ ਜੀ, ਜਿਹੜੇ ਜੜ ਨੇ ਤੂੰ ਉਹਨਾਂ ਨੂੰ ਵੀ ਰਿਜ਼ਕ ਦੇਣਾ ਹੈ ਤੇ ਪਰਮਾਤਮਾ ਜਿਹੜੇ ਚੇਤਨ ਨੇ ਤੂੰ ਉਹਨਾਂ ਨੂੰ ਵੀ ਰਿਜ਼ਕ ਦੇਣਾ ਹੈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈਖ ਹੈ। ਦੇ ਬਖੀਨ स्नेह सबो तन नह बिरकत अगय अछह। जान को देत अजान को जेत, जमीन को देत जमान को देख। ਜ਼ਮੀਨ ਕੋ ਦੇਤ, ਸਭ ਕੋ ਦਾਤਾ ਰਾਮ। ਜ਼ਮੀਨ ਤੇ ਬੈਠੇ ਹੋਏ, ਜ਼ਮੀਨ ਦੇ ਵਿੱਚ ਜੀਵਾਂ ਨੂੰ ਰੋਜ਼ੀ ਤੂੰ ਦੇਣਾ ਹੈ। ਤੇ ਹੇ ਪਰਮਾਤਮਾ ਜ਼ਮਾਨ ਦਾ ਅਰਥ ਹੈ ਆਕਾਸ਼। ਕਈ ਐਸੇ ਜੀਵ ਨੇ ਜਿਹੜੇ ਅਸਮਾਨ ਦੇ ਵਿੱਚ ਉੱਡਦੇ ਪਏ ਨੇ। ਵਾਹਿਗੁਰੂ ਉਹਨਾਂ ਉੱਡਣ ਵਾਲੇ ਪਰੰਦਿਆਂ ਨੂੰ ਵੀ ਰੋਜ਼ੀ ਤੂੰ ਪਿਆ ਦੇਣਾ ਹੈ। ਜਾਨ ਕੋ ਦੇਤ ਅਜ਼ਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦਹਿ ਹੈ। ਕਾਹੇ ਕੋ ਡੋਲਤ ਹੈ ਤੁਮਰੀ ਸੁਧ। ਇੱਥੇ ਵਿਸ਼ਰਾਮ ਹੈ। ਕਾਹੇ ਕੋ ਡੋਲਤ ਹੈ, ਕਿਉਂ ਡੋਲਣਾ ਪਿਆ ਮਨਾ? ਕਿਉਂਕਿ ਜਗਤ ਭਿਖਾਰੀ ਫਿਰਤਾ ਹੈ, ਸਭ ਕੋ ਦਾਤਾ ਰਾਮ। ਕਾਹੇ ਕੋ ਡੋਲਤ ਹੈ, ਕਿਉਂ ਡੋਲਣਾ ਪਿਆ? ਤੁਮਰੀ ਸੁਧ, ਸੁਧ ਦਾ ਅਰਥ ਖਬਰ। ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ। ਕਹਿਣ ਲੱਗੇ ਲక్ష్ਮੀ ਦਾ ਪਤੀ ਵਾਹਿਗੁਰੂ ਤੇਰੀ ਖਬਰ ਲੈ ਗਿਆ। ਕਿਉਂ ਡੱਕੋ ਡੋਲੇ ਖਾਨੇ? ਜਿਹੜਾ ਆਕਾਸ਼ ਵਿੱਚ ਬੈਠੇ ਪਰੰਦਿਆਂ ਨੂੰ, ਪੱਥਰ ਵਿੱਚ ਬੈਠੇ ਕੀੜਿਆਂ ਨੂੰ ਰਿਜ਼ਕ ਦਿੰਦਾ ਹੈ। ਤੇਰੇ ਨਾਲੋਂ ਤਾਂ ਕੀੜੇ ਚੰਗੇ ਨੇ ਜਿਹੜੇ ਕਿਸੇ ਅੱਗੇ ਰੱਬ ਤੋਂ ਬਿਨਾਂ ਕਿਸੇ ਦਾਤਾ ਨਹੀਂ ਮੰਨਦੇ। ਦੇਣ ਵਾਲਾ ਪਰਮਾਤਮਾ ਕੇਵਲ ਇੱਕ ਹੈ। ਫਿਰ ਸਤਿਗੁਰੂ ਨੇ ਇਸ ਤੋਂ ਅੱਗੇ ਹੋਰ ਕਿਰਪਾ ਕੀਤੀ। ਮੈਂ 3 ਸਵਈਏ ਆਪ ਨਾਲ ਸਾਂਝੇ ਕਰਨਾ ਪਿਆ ਦਸ਼ਮੇਸ਼ ਪਿਤਾ ਜੀ ਦੇ। ਪਹਿਲਾ ਸਵਈਆ ਅਰਜ਼ ਕੀਤਾ ਹੈ ਕਿ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ। ਪਸ਼ ਪਸ਼ੂ ਨਗ ਨਾਗ ਨਿਰਾਤ ਸਰਬ ਸਮੈ ਸਭ ਕੋ ਪ੍ਰਤਪਾਰੈ। पोखत है जल में थल में पल में कल के नहीं कर्म विचार है। दीन दयाल दया निध दोखन देखता है पर देत न हार है। दूसरा बेनती कीता है काम न क्रोध न लोभ न मोह न रोग न सोग न भोग न पैख है। देह बहीन स्नेह सबो तन नेह बिरकत अगह अछय है। जान को देत अजान को देत जमीन को देत जमान को दय है। काहे को डोलत है तुमरी सुध सुंदर श्री पद्मा पतलेख।
ਫਿਰ ਬੰਦੇ ਨੂੰ ਕਈ ਵਾਰੀ ਯਕੀਨ ਨਹੀਂ ਨਾ ਬਣਦਾ। ਪਿਆਰਿਓ, ਜਦੋਂ ਯਕੀਨ ਨਾ ਬਣੇ ਫਿਰ ਇਹਨੂੰ ਇਹਦੇ ਨਾਲ ਵਾਪਰੀ ਕੋਈ ਗੱਲ ਚੇਤੇ ਕਰਾਈ ਜਾਂਦੀ ਵੀ ਫਲਾਣੇ ਵੇਲੇ ਵੇਖ ਤੇਰੀ ਆ ਸੰਭਾਲ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਗੱਲ ਚੇਤੇ ਕਰਾਈ। ਕਹਿਣ ਲੱਗੇ, ਪਰਮਾਤਮਾ ਵਰਗੇ ਦਾਤੇ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਝੋਲੀ ਨਾ ਫੈਲਾਈ, ਦੇਣ ਵਾਲਾ ਵਾਹਿਗੁਰੂ ਹੈ। ਹਜ਼ੂਰ ਨੇ ਫਿਰ ਸਾਨੂੰ ਇੱਕ ਗੱਲ ਚੇਤੇ ਕਰਾਈ। ਕਹਿਣ ਲੱਗੇ, ਅਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੈ, ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸੰਭੂ ਨਾ ਭੇਟਣ ਪਾਵੈ। ਜੇ ਤੂੰ ਪੁੱਛਣਾ ਵੀ ਰੱਬ ਦਾਤਾ ਰੋਟੀ ਦਿੰਦਾ ਹੈ, ਕਹਿਣ ਲੱਗੇ ਚੇਤੇ ਰੱਖੀ ਜਦੋਂ ਤੇਰਾ ਜਨਮ ਨਹੀਂ ਸੀ ਨਾ ਹੋਇਆ, ਮਾਂ ਦੇ ਪੇਟ ਵਿੱਚ ਤੈਨੂੰ ਰੋਟੀ ਦਿੱਤੀ, ਤੇ ਜਿੱਦਣ ਤੂੰ ਮਰ ਜਾਣਾ ਰੱਬ ਤਾਂ ਮਰਿਆਂ ਦੇ ਵੀ ਪ੍ਰਬੰਧ ਕਰੀ ਬੈਠਾ ਹੈ। ਇੱਕ ਸਾਧੂ ਦੇ ਮੈਂ ਬਚਨ ਪੜ੍ਹੇ, ਉਹਨੇ ਕਵਿਤਾ ਦੀਆਂ ਦੋ ਤੁਕਾਂ ਕਹੀਆਂ। ਕਹਿੰਦਾ, ਮੂਵੇ ਕੋ ਪ੍ਰਭ ਦੇਤ ਹੈ, ਮਰਿਆਂ ਨੂੰ ਵੀ ਰੱਬ ਦੇ ਦਿੰਦਾ ਹੈ। ਪੁੱਛਿਆ ਜੀ ਮਰਿਆਂ ਨੂੰ ਕੀ ਦਿੰਦਾ ਜਿਹੜਾ ਮਰ ਹੀ ਗਿਆ? ਕਹਿਣ ਲੱਗੇ, ਲੱਕੜੀ, ਕੱਪੜਾ, ਆਗ। ਆ ਤਿੰਨ ਚੀਜ਼ਾਂ ਤਾਂ ਮਰੇ ਨੂੰ ਵੀ ਮਿਲ ਜਾਂਦੀਆਂ ਨੇ। ਕੋਈ ਬੰਦਾ ਸੜਕ ਦੇ ਕਿਨਾਰੇ ਮਰ ਜਾਏ ਤੇ ਕਦੀ ਮੁਰਦੇ ਨੇ ਬੋਲ ਕੇ ਕਿਹਾ, ਉਹ ਲੰਘਣ ਵਾਲਿਓ ਮੇਰੇ ਖੱਫਣ ਦਾ ਪ੍ਰਬੰਧ ਕਰੋ। ਮੈਨੂੰ ਉਹ ਸਾਧੂ ਦੇ ਬਚਨ ਬੜੇ ਚੰਗੇ ਲੱਗੇ, ਮਨ ਨੂੰ ਭਾਏ। ਮਰਨ ਵਾਲਾ ਕਿਤੇ ਚੁਰਸਤੇ ਵਿੱਚ ਲੰਘਦੇ ਲੋਕਾਂ ਨੂੰ ਕਹਿੰਦਾ, ਰੁਕੋ ਮੇਰੇ ਖੱਫਣ ਦਾ ਪ੍ਰਬੰਧ ਕਰੋ, ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰੋ, ਮੇਰਾ ਤਨ ਰੁਲਦਾ ਪਿਆ, ਮੇਰੇ ਲਈ ਅੱਗ ਦਾ ਪ੍ਰਬੰਧ ਕਰ ਦਿਓ। ਮਰੇ ਕੋਈ ਸਰੀਰ ਨੂੰ ਵੇਖ ਕੇ ਤਾਂ ਪਿੰਡ ਦੇ ਲੋਕ ਭਾਵੇਂ ਰਿਸ਼ਤਾ ਵੀ ਨਾ ਹੋਵੇ ਤੇ ਘਰ ਘਰ ਵਿੱਚੋਂ ਲੱਕੜ ਇਕੱਠੀ ਕਰਕੇ ਘਰੋਂ ਕੱਪੜੇ ਪਾ ਕੇ ਅੱਗ ਦਾ ਲਾਂਬੂ ਲਾ ਕੇ ਫੂਕ ਦਿੰਦੇ ਨੇ। ਉਹ ਮਣਾ, ਜੇ ਮਰਿਆਂ ਨੂੰ ਰੱਬ ਸਾਂਭਦਾ ਪਿਆ, ਤੂੰ ਤਾਂ ਜਿਉਂਦਾ ਅਰਦਾਸਾ ਕਰ ਸਕਣਾ ਹੈ। ਉਹਦੇ ਬਚਨ ਸਨ, ਮੂਵੇ ਕੋ ਪ੍ਰਭ ਦੇਤ ਹੈ, ਲੱਕੜੀ, ਕੱਪੜਾ, ਆਗ। ਮਰਿਆਂ ਨੂੰ ਲੱਕੜਾਂ, ਕੱਪੜੇ ਤੇ ਅੱਗ ਦੇਣਾ, ਖੱਪਣ ਦੇਣਾ। ਜੀਵਤ ਨਰ ਚਿੰਤਾ ਕਰੇ ਤਾਂ ਕਿ ਮੰਦੇ ਭਾਗ। ਜਿਉਂਦਾ ਜੀ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਭਟਕੇ ਤੇ ਮੰਦ ਭਾਗੀ ਹੈ ਨਾ। ਗੁਰੂ ਗੋਬਿੰਦ ਸਿੰਘ ਚੇਤੇ ਕਰਾਉਂਦੇ ਪਏ ਨੇ। ਕਹਿਣ ਲੱਗੇ, ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੈ, ਛਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਣ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਰਾਖਤ ਹੈ ਆਪਨੋ ਕਰ ਦੇ ਕਰ ਪਾਪ ਸਭੂ ਨਾ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਪੇਟ ਹੀ ਕੇ ਪਟ ਪੀਚ ਬਚਾਵੈ। ਉਹ ਪੇਟ ਦੇ ਪਰਦੇ ਥੱਲੇ ਵੀ ਤੈਨੂੰ ਬਚਾਉਂਦਾ ਪਿਆ। ਮੇਰੇ ਕਹਿਣ ਤੋਂ ਮੁਰਾਦ ਪਹਿਲਾ ਵਿਸ਼ਾ ਇਹ ਸੀ ਥੋੜਾ ਜਿਹਾ ਕਿ ਦੇਣ ਵਾਲਾ ਪਰਮਾਤਮਾ ਹੈ, ਫਿਰ ਉਹ ਮਜਬੂਰੀ ਵਸ ਨਹੀਂ ਦਿੰਦਾ। ਗੁਰੂ ਅਰਜੁਨ ਸਾਹਿਬ ਦਾ ਇੱਕ ਬਚਨ ਹੈ, ਜਦੋਂ ਸ਼ਬਦ ਪੜ੍ਹੀਦਾ ਨਾ ਤੇ ਦੇਖੋ ਕਿਰਪਾਲੂ ਜੀ ਨੇ ਨਾ ਉੱਥੇ ਦਾਤੇ ਲਈ ਸ਼ਬਦ 3 ਵਾਰੀ ਵਰਤਿਆ, ਮਿਹਰਬਾਨ। ਤੁਸੀਂ ਉਹ ਸ਼ਬਦ ਪੜ੍ਹਦੇ ਹੋ, ਮਿਹਰਬਾਨ ਸਾਹਿਬ, ਮਿਹਰਬਾਨ। ਧਿਆਨ ਦੇ, ਅਜੇ ਦਾਤੇ ਦੀ ਇਹ ਨਹੀਂ ਗੱਲ ਕੀਤੀ ਵੀ ਉਹ ਪਰਮਾਤਮਾ ਕਿਉਂ ਮਿਹਰਬਾਨ, ਸਿਰਫ ਅਜੇ ਉਸ ਦਾਤੇ ਦੀ ਦਿਆਲਤਾ ਦਾ ਜ਼ਿਕਰ ਕੀਤਾ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, 3 ਵਾਰੀ ਕਿਹਾ। ਕਹਿੰਦੇ ਨੇ ਮੇਰਾ ਮਾਲਕ ਦਿਆਲੂ ਹੈ, ਮੇਰਾ ਮਾਲਕ ਦਿਆਲੂ ਹੈ। ਫਿਰ ਤੀਜੀ ਵਾਰੀ ਸ਼ਬਦ ਵਰਤਿਆ, ਮੇਰਾ ਮਾਲਕ ਦਿਆਲੂ ਹੈ। ਇਹਦਾ ਮਤਲਬ ਸਾਡੇ ਅੰਦਰ ਨੂੰ ਤਰਵਾਸ ਬਣਾਉਣ ਲਈ ਕਿ ਮਣਾ ਐਵੇਂ ਥਿੜਕ ਨਾ ਜਾਈ, ਮੈਂ ਉਸ ਰੱਬ ਦੀ ਗੱਲ ਕਰਨ ਲੱਗਾ ਜਿਹੜਾ ਹੈ ਹੀ ਕਿਰਪਾ ਦਾ ਘਰ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਮਹਾਰਾਜ ਕਿਵੇਂ? ਕਹਿਣ ਲੱਗੇ, ਜੀ ਸਗਲ ਕੋ ਦੇ ਦਾਨ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਜੀ ਸਗਲ ਕੋ ਦੇ ਦਾਨ। ਕਹਿਣ ਲੱਗੇ, ਤੂੰ ਕਾਹੇ ਡੋਲੇ ਪ੍ਰਾਨੀਆਂ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਤੂੰ ਕਾਹੇ ਡੋਲੇ ਪ੍ਰਾਨੀਆਂ, ਤੁਧ ਰਾਖੇਗਾ ਸਿਰਜਨਹਾਰ। ਦੱਦਾ ਦਾਤਾ ਏਕ ਹੈ, ਤੁਧ ਰਾਖੇਗਾ ਸਿਰਜਨਹਾਰ। ਪਿਆਰਿਆ, ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਕਹਿਣ ਲੱਗੇ, ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ,
उस परमात्मा ने तेनू रिजक भी देना, तेनू रोटी भी देनी। जिन पैदाइश तू किया सोई दे आधार, घट घट मालक दिलां का सच्चा परवदगार। कहन लगे जिन उपाई मेदनी सोई करदा सार, घट घट मालक दिलां का सच्चा परवदगार। कुदरत कीम ना जानिए वड्डा बेपरवाह। ओ बंदिया तू होर कुछ ना कर, कर बंदे तू बंदगी जिचर घट में साह। जिन्नी देर तक तेरे अंदर सवास ने ना, तू परमात्मा दी भगती वाहिगुरू दा सिमरन कर। पहली मैं सिर्फ इन्नी को बेनती करनी चाहता सा कि दाता केवल एक परमात्मा है। हुण अपना मानसिक पद्धर असी देखिए, क्योंकि साडा मन डको डोले उदों खांदा है जदों एक दा सहारा असी छड्ड बैठे। प्यारिओ जदों एक ते ओट लई होवेगी ना, वाहिगुरू इन्ने कृपालू ने, एक ते ओट लई होवेगी ते सुक्की रोटी भी 36 प्रकार दे भोजन दा स्वाद देगी। जे अंदर दी भटकना होवेगी ना, ते 36 प्रकार दी रोटी भी सुख नाल खानी नसीब नहीं होवेगी। हुण ये असीं जदों पढ़ने आ बाणी विचों कि इंसान परमात्मा दाते नूं छड्ड के बंदियां दी आस, बंदियां दी ओट, बंदियां दे सहारे लैंदा, ते कल्ले सहारे नहीं लैंदा। कई बंदे खुद अपने आप विच दाता बन भी जाते हैं कि असी सब कुछ देण वाले हाँ, असी सब कुछ करन वाले हैं। मैनू बाबा दरबारी साहब सेवापंथी महापुरुष कई सज्जणा ने इस साखी नूं बाबा बुद्धू शाह बुद्धू साहब नाल भी जोड़िया है। ये भी सेवापंथी महापुरुष होए ने। बाबा दरबारी साहब इन्हां दा डेरा सी। लिखत मुताबक जो पढ़िया भी गढ़ शंकर दे रस्ते विच इन्हां दा अस्थान सी, ते शेरे पंजाब महाराजा रणजीत सिंह एक वारी मुहिम फतेह करन वास्ते चढ़े ने। खबर मिली भी रस्ते विच महापुरुषां दा, करनी वालियां दा अस्थान है। चित चाया चलो नमस्कार करने, नाले अरदास करावांगे, असीस लांगे। चले गए, बाबा भाई दरबारी साहब नूं मिले ते उन्हां नूं हथ जोड़ के बेनती कीती कि महापुरुषो अरदास करो गुरु ग्रंथ साहब दे चरनां विच कि सानू फतेह याबी मिले, असी मुहिम नूं फतेह करके आ सकीए। ते उन्हां ने नाल लिया ते गुरु साहब दे चरनां विच अरदास कीती, महाराज कि आप जी दे चरनां विच दास रणजीत सिंह आया है। देखो उन्हां दे शब्द सन, आप जी दे चरनां विच दास रणजीत सिंह आया है, तेरे दर ते भिखारी बन के फतेह याबी दी जाचना करदा है। शब्द सन, साडे वर्गियां अरदासां नहीं। कोई धनाड़ पुरुष आए तो कई कई विशेषण ला देने, सरदार साहब आए ने, फलाने साहब आए ने, नहीं। जिहड़ा अरदास करन आ गया वो मंगता ही है। ये गल वखरी कि कोई मुख मंत्री की कुर्सी ते बैठा है, कोई क्लर्क की कुर्सी ते बैठा है, जिहड़ा इत्थे कतार च आ गया वो भिखारी हुई है, वो मंगता ही है। ये गल वखरी कि मंगतियां दे स्टेटस आपो अपने ने, तरीके ने ना मंगण दे। मंगतियां दे अगे एजेंट भी वखरे वखरे ने, अमीरां दे अरदासीए वखरे ने, अमीरां दे पंडित वखरे ने, गरीबां दे अरदासीए ते प्रोहत वखरे ने। हकीकत है, सोचने हैं क्योंकि अपना अपना स्टैंडर्ड है ना। अमीरां दे कीर्तनीय वखरे ने, गरीबां दे कीर्तनीय वखरे ने। क्योंकि अमीर पुरुष इस वो कीर्तन नहीं चाहता। कोई भी धर्म है, जिहड़ा पंडित चाहे हिंदू धर्म च लेख लो, जिहड़ा बहुत उच्चा, जिहदा नाम बहुत होवेगा, जिहदी चर्चा बहुत होवेगी, असी सोचांगे उस बंदे नूं बुलाइए। क्यों? क्योंकि घट्टो घट पता लगे भी यदि फलाने बंदे तक पहुँच है जिहदा इन्ना नाम है। नहीं, ये दिन रब नहीं खुश हुंदा। खुश तो केवल परमात्मा की कीर्ति करके है। बाबा नानक भाई लालो दे घर बैठे ने, मलक भागो ने तरले लए। उन्हें कहा वड्डे वड्डे साधु मेरी गल सुनते ने,
देखो ਵੱਡੇ ਵੱਡੇ ਮੱਠਾਂ ਦੇ ਜਿਹੜੇ ਆਗੂ ਨੇ ਮੇਰੇ ਘਰ ਬ੍ਰਹਮ ਪੋਜ ਸਕਦੇ ਨੇ। ਕਹਿਣ ਲੱਗੇ ਛਕਦੇ ਹੋਣਗੇ ਉਹਨਾਂ ਨੂੰ ਪਹਿਚਾਣ ਕੋਨੀ ਲਹੂ ਦੀ ਤੇ ਬ੍ਰਹਮ ਭੋਜ ਦੀ। ਚੇਤੇ ਰੱਖੀ ਮੈਂ ਲਹੂ ਖਾਣ ਵਾਸਤੇ ਲਹੂ ਪੀਣ ਵਾਸਤੇ ਨਹੀਂ, ਮੈਂ ਤਾਂ ਕਿਰਤ ਦੀ ਰੋਟੀ ਕਰਕੇ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਦੇ ਘਰ ਦੀ ਸੁੱਚੀ ਰੋਟੀ ਖਾਣ ਵਾਸਤੇ ਆਇਆ। ਫਰਕ ਹੈ। ਮੈਂ ਜਿਹੜੀ ਬੇਨਤੀ ਕਰ ਰਹਾ ਹਾਂ ਕਿ ਦੇਖੋ ਜਿਹੜਾ ਆ ਗਿਆ ਉਹ ਭਿਖਾਰੀ ਹੈ ਤੇ ਚਾਹੀਦਾ ਵੀ ਹੈ। ਜਿੱਥੇ ਅਸੀਂ ਜੋੜਾ ਲਾ ਕੇ ਆਉਂਦੇ ਆ ਨਾ, ਘੱਟੋ ਘੱਟ ਮੈਂ ਕਹਿੰਦਾ ਘੱਟੋ ਘੱਟ, ਵੈਸੇ ਤੇ ਸਾਰਾ ਦਿਨ ਹੀ ਚਾਹੀਦਾ, ਘੱਟੋ ਘੱਟ ਜਿੱਥੇ ਜੋੜਾ ਲਾਉਂਦੇ ਆ ਉੱਥੇ ਮਾਣ ਵੀ ਛੱਡ ਕੇ ਆ ਜਾਇਆ ਕਰੀਏ। ਜੋੜੇ ਲਾ ਦਿੰਦੇ ਆ ਪਰ ਮਾਣ ਨਹੀਂ ਲੈਂਦਾ। ਉਹ ਇੱਥੇ ਵੀ ਸਟੇਟਸ ਬਣਾਉਂਦਾ ਹੈ ਕਿ ਮੈਂ ਸਭ ਤੋਂ ਅੱਗੋਂ, ਮੇਰੇ ਵਰਗਾ ਆਗੂ ਕੋਈ ਨਹੀਂ। ਉਹਨਾਂ ਅਰਦਾਸ ਕੀਤੀ ਕਿ ਦਾਸ ਰਣਜੀਤ ਸਿੰਘ ਫਤਿਹ ਯਾਬੀ ਵਾਸਤੇ ਤੁਹਾਡੇ ਚਰਨਾਂ ਵਿੱਚ ਪੁਕਾਰ ਕਰਨ ਆਇਆ ਹੈ। ਅਰਦਾਸ ਕਰਕੇ ਤੋਰ ਦਿੱਤਾ। ਇਹ ਜਿਹੜੀ ਮੈਂ ਸਾਖੀ ਅਰਜ਼ ਕਰ ਰਿਹਾ, ਇੱਕ ਕਿਤਾਬ ਹੈ ਏਕ ਓਟ, ਛੋਟੀ ਜੀ ਕਿਤਾਬ ਹੈ। ਗਿਆਨੀ ਅਰਜਨ ਸਿੰਘ ਜੀ ਹੋਏ ਨੇ ਥਾਈਲੈਂਡ, 48 ਸਾਲ ਉਹਨਾਂ ਨੇ ਗ੍ਰੰਥੀ ਸਾਹਿਬ ਦੀ ਸੇਵਾ ਕੀਤੀ। ਉਹਨਾਂ ਤੋਂ ਬਾਅਦ ਉਹਨਾਂ ਦੀ ਡਾਇਰੀ ਵਿੱਚ ਲਿਖੇ ਹੋਏ ਨੋਟ, ਉਹਨਾਂ ਵਿੱਚੋਂ ਇੱਕ ਕਿਤਾਬ ਛਾਪੀ ਤੇ ਛਾਪੀ ਸ਼੍ਰੋਮਣੀ ਕਮੇਟੀ ਨੇ ਹੈ। ਤਾਂ ਮੈਂ, ਕਿਉਂਕਿ ਹੋ ਸਕਦਾ ਹੈ ਸਾਖੀ ਦਾ ਵੇਰਵਾ ਕੁਝ ਹੋਰ ਹੋਵੇ। ਕਹਿੰਦੇ ਨੇ ਅਰਦਾਸ ਕਰ ਦਿੱਤੀ, ਸ਼ੇਰੇ ਪੰਜਾਬ ਚਲਾ ਗਿਆ। ਕੁਝ ਦਿਨਾਂ ਤੋਂ ਬਾਅਦ ਜਦੋਂ ਫਤਿਹ ਯਾਬੀ ਮਿਲੀ, ਜਿੱਤ ਕੇ ਆਇਆ। ਪਿਆਰਿਓ, ਜਿੱਤਣ ਤੋਂ ਬਾਅਦ ਆਇਆ ਤੇ ਆ ਕੇ ਮਹਾਂਪੁਰਸ਼ਾਂ ਨੂੰ ਮਿਲਿਆ। ਕਹਿਣ ਲੱਗਾ ਬਾਬਾ ਜੀ ਦੱਸੋ ਕੀ ਚਾਹੀਦਾ ਤੁਹਾਨੂੰ, ਅੱਜ ਜੋ ਕਹੋਗੇ ਉਹ ਦੇ ਦਿਆਂਗੇ। ਉਹ ਮਹਾਂਪੁਰਸ਼ ਅੱਜ ਵੀ ਭਾਂਡਿਆਂ ਵਿੱਚ ਖਲੋਤੇ ਸਨ, ਅੱਜ ਵੀ ਲੰਗਰ ਵਿੱਚ ਖਲੋਤੇ ਸਨ। ਕਹਿਣ ਲੱਗਾ ਜੋ ਕੁਛ ਮੰਗੋਗੇ ਤੁਹਾਨੂੰ ਦੇ ਦਿਆਂਗੇ, ਤੁਸੀਂ 32 ਦੰਦਾਂ ਵਿੱਚੋਂ, ਇਸ ਜੀਵ ਵਿੱਚੋਂ ਕੁਝ ਮੰਗੋ। ਤੇ ਉਹਨਾਂ ਨੇ ਨਿਜਾ ਲਾ ਕੇ ਦੇਖਿਆ ਤੇ ਕਹਿਣ ਲੱਗੇ ਮੈਂ ਤੈਨੂੰ ਪਛਾਣਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗੇ ਮੈਂ ਪਹਿਚਾਣਿਆ ਨਹੀਂ, ਤੂੰ ਕੌਣ ਹੈ? ਕਹਿਣ ਲੱਗਾ ਪਹਿਚਾਣਿਆ ਨਹੀਂ। ਪਿੱਛੇ ਸਿਪਾਹੀ ਸਨ, ਪਿੱਛੇ ਨਾਲ ਅਹਿਲਕਾਰ ਸਨ। ਕਹਿਣ ਲੱਗੇ ਮੈਂ ਨਹੀਂ ਪਛਾਣਿਆ, ਤੂੰ ਕੌਣ ਹੈ? ਤੇ ਆਵਾਜ਼ ਆਈ ਮਹਾਰਾਜਾ ਰਣਜੀਤ ਸਿੰਘ ਪਹਿਲਾਂ, ਕੁਝ ਦਿਨ ਪਹਿਲਾਂ ਤੁਹਾਡੇ ਤੋਂ ਅਰਦਾਸ ਕਰਾ ਕੇ ਗਏ। ਕਹਿਣ ਲੱਗੇ ਤਾਂ ਹੀ ਨਹੀਂ ਪਛਾਣਿਆ, ਜਦੋਂ ਪਹਿਲਾਂ ਆਇਆ ਸੀ ਉਦਨ ਭਿਖਾਰੀ ਸੀ, ਅੱਜ ਰਾਜਾ ਬਣ ਗਿਆ। ਜਿੱਦਣ ਤੂੰ ਪਹਿਲਾਂ ਆਇਆ ਸੀ ਉਦਨ ਕੀ ਸੀ? ਉਦਨ ਤੇਰੀ ਅਰਦਾਸ ਸੀ ਕਿ ਦਾਸ ਰਣਜੀਤ ਸਿੰਘ। ਅੱਜ ਤੂੰ ਕੌਣ ਹੈ? ਉਹ ਦਾਤਾਂ ਦੇਣ ਵਾਲਾ। ਸਵਾਦ ਆ ਗਿਆ। ਇੱਕ ਛੰਨ ਦੇ ਥੱਲੇ, ਕੁੱਲੀ ਦੇ ਥੱਲੇ ਰਹਿਣ ਵਾਲਾ ਫਕੀਰ, ਉਹਦੇ ਕੋਲ ਪਾਤਸ਼ਾਹੀ ਹੈ ਤੇ ਜਿਹੜਾ ਪਾਤਸ਼ਾਹ ਬਣਿਆ ਉਹ ਭਿਖਾਰੀ ਬਣ ਕੇ ਸਾਧੂ ਦੇ ਸਾਹਮਣੇ ਖਲੋਤਾ ਹੈ। ਕਹਿਣ ਲੱਗਾ ਤੈਨੂੰ ਪਹਿਚਾਣਿਆ ਨਹੀਂ। ਕਹਿੰਦੇ ਨੇ ਰਣਜੀਤ ਸਿੰਘ। ਕਹਿਣ ਲੱਗੇ ਮਹਾਰਾਜਾ ਕਦੋਂ ਦਾ ਬਣ ਗਿਆ? ਜਾਣ ਲੱਗਿਆ ਤੂੰ ਭਿਖਾਰੀ ਸੈਂ। ਬਾਂਹ ਪਕੜ ਕੇ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਗਏ। ਕਹਿਣ ਲੱਗੇ ਚੇਤੇ ਰੱਖੀ ਫਤਿਹ ਯਾਬੀ ਦੀ ਅਰਦਾਸ ਕਿੱਥੇ ਕਰਾਈ ਸੀ? ਕਹਿੰਦਾ ਇੱਥੇ ਖਲੋ ਕੇ। ਕਿੰਨੇ ਕੀਤੀ ਸੀ? ਤੇ ਹੱਥ ਜੁੜ ਗਏ। ਹੁਣ ਅੱਜ ਵਰਗਾ ਥੋੜਾ ਸੀ ਕਿ ਕਹਿੰਦਾ ਬਾਬੇ ਨੂੰ ਕੱਢ ਕੇ ਬਾਹਰ ਮਾਰੋ, ਅੰਦਰ ਸੱਟੋ, ਬਾਬੇ ਦੀ ਕੀ ਜ਼ਰੂਰਤ, ਸਾਡੇ ਸਾਹਮਣੇ ਬੋਲ ਜਾਏ। ਉਹਨੇ ਹੱਥ ਜੁੜ ਗਏ ਸ਼ੇਰੇ ਪੰਜਾਬ ਦੇ। ਕਹਿਣ ਲੱਗਾ ਜੀ ਇੱਥੇ ਅਰਦਾਸ ਕੀਤੀ ਸੀ ਤੇ ਤੁਸੀਂ ਕੀਤੀ ਸੀ। ਕਹਿਣ ਲੱਗੇ ਚੇਤੇ ਰੱਖੀ ਜੇ ਮੈਂ ਅਰਦਾਸ ਕਰਕੇ ਤੈਨੂੰ ਗੁਰੂ ਮੇਰੀ ਬੇਨਤੀ, ਮੇਰੇ ਨੀਚ ਕੀਟ ਦੀ ਪੁਕਾਰ ਸੁਣ ਕੇ ਤੈਨੂੰ ਫਤਿਹ ਯਾਬੀ ਦਿੰਦਾ ਹੈ, ਜੇ ਤੇਰੇ ਲਈ ਝੋਲੀ ਅੜ ਸਕਣਾ ਤੇ ਜਿੱਦਣ ਲੋੜ ਪਏਗੀ ਮੈਂ ਆਪਣੇ ਲਈ ਅੜ ਲਾਂਗਾ, ਤੂੰ ਆਪਣਾ ਕੰਮ ਕਰ, ਮੈਨੂੰ ਤੇਰੇ ਵਰਗੇ ਦਾਤੇ ਦੀ ਲੋੜ ਨਹੀਂ। ਸ਼ੇਰੇ ਪੰਜਾਬ ਨੇ ਚਰਨ ਪਕੜ ਲਏ ਸਨ। ਚਰਨ ਪਕੜ ਲੈ ਘੁੱਟ ਕੇ, ਬਾਬਾ ਜੀ ਮੈਨੂੰ ਬਖਸ਼ ਦਿਓ। ਕਹਿਣ ਲੱਗੇ ਬਸ ਇੱਕੋ ਗੱਲ ਚੇਤੇ ਰੱਖੀ, ਕਦੀ ਦਾਤਾ ਬੰਦਾ ਯਤਨ ਨਾ ਕਰੀ, ਸਿਰਫ ਚੇਤੇ ਰੱਖੀ ਮੈਂ ਭਿਖਾਰੀ ਖਾਂ ਤੇ ਜੋ ਰੱਬ ਨੇ ਮੈਨੂੰ ਦਿੱਤਾ ਮੈਂ ਉਹਦੇ ਦਿੱਤੇ ਵਿੱਚੋਂ ਕਿਸੇ ਨੂੰ ਅੱਗੇ ਦੇਣ ਲੱਗਾ। ਬਸ ਇੰਨੀ ਗੱਲ ਚੇਤੇ ਰੱਖੀ। ਹਜ਼ੂਰ ਨੇ ਕਿਹਾ ਦੇਖ ਇਨਸਾਨ ਤੂੰ ਰੱਬ ਦੇ ਦਰ ਤੋਂ ਮੰਗ। ਤਾਂ ਹੀ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਖਰ ਇੱਕੋ ਦਾਤਾ ਸੇਵੀਐ ਖਰ ਇੱਕ ਧਿਆਈਐ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਹਰ ਇੱਕੋ ਦਾਤਾ ਸੇਵੀਐ ਖਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ।
ਹੁਣ ਆਹ ਦਿਨ ਤੁਕਾਂ ਨੇ, ਇਹਨਾਂ ਨੂੰ ਚੇਤੇ ਰੱਖੀ ਯਾਰ, ਇੱਕੋ ਦਾਤਾ ਸੇਵੀਐ, ਜੇ ਸਿਮਰਨ ਕਰਨੀ ਤੇ ਇੱਕ ਦਾਤੇ ਦਾ ਕਰੀ। ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਪਿਆਰਿਆ, ਜੇ ਦੂਜੇ ਪਾਸੋਂ ਮੰਗੀਏ, ਜੇ ਦੂਜੇ ਕੋਲੋਂ ਜਾ ਕੇ ਮਰੇਗਾ ਮੰਗੇਗਾ, ਰੱਬ ਨੂੰ ਛੱਡ ਕੇ ਬੰਦੇ ਨੂੰ ਦਾਤਾ ਨਾ ਬਣਾਈ। ਮੈਂ ਪਹਿਲਾਂ ਵੇਰਵਾ ਅਰਜ਼ ਕੀਤਾ, ਵਪਾਰਕ ਤੌਰ ਤੇ ਲੈਣ ਦੇਣ ਹੈ, ਪਰ ਰੱਬ ਜਾਣ ਕੇ ਨਹੀਂ। ਕਹਿਣ ਲੱਗੇ ਖਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਮਾਨਕ ਪੈ ਕਰੂੰ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਗਤ ਭਿਖਾਰੀ ਫਿਰਤ ਹੈ, ਸੋ ਆਪਣੇ ਦੁੱਖ ਭਰਿਆ। ਕਿਸੇ ਬੰਦੇ ਕੋਲ ਜਾ ਕੇ ਪੁਕਾਰ ਕਰਨਾ ਵਾ, ਆਪਣਾ ਦੁੱਖ ਰੋਣਾ ਵਾ, ਪਰ ਹੈਰਾਨਗੀ ਦੀ ਗੱਲ, ਉਹ ਮੇਰੇ ਤੋਂ ਕਈ ਗੁਣਾ ਵੱਧ ਦੁਖੀ ਹੈ। ਉਹਦੇ ਦੁੱਖ ਵਿੱਚ ਤੇ ਮੇਰੇ ਦੁੱਖ ਵਿੱਚ ਅੰਤਰ ਹੈ। ਉਹਨੂੰ ਤਨ ਦਾ ਦੁੱਖ ਹੋ ਸਕਦਾ ਹੈ, ਮੈਨੂੰ ਧਨ ਦਾ ਦੁੱਖ ਹੋ ਸਕਦਾ ਹੈ। ਮੈਂ ਔਲਾਦ ਲੈ ਕੇ ਔਲਾਦ ਨਿਕੰਮੀ ਤਾਂ ਦੁਖੀ ਹਾਂ, ਉਹਦੇ ਘਰ ਔਲਾਦ ਨਹੀਂ ਹੋਈ ਉਹ ਤਾਂ ਦੁਖੀ ਹੈ। ਦੁੱਖ ਵੱਖ-ਵੱਖ ਹੋ ਸਕਦੇ ਨੇ, ਪਰ ਅੰਦਰ ਦੀ ਪੀੜਾ ਸਾਰਿਆਂ ਦੀ ਇੱਕੋ ਜਿਹੀ ਹੈ। ਜਿਸ ਮਾਨਕ ਪੈ ਕਰੂੰ ਬੇਨਤੀ, ਸੋ ਆਪਣੇ ਦੁੱਖ ਭਰਿਆ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਿਨ ਭਵ ਸਾਗਰ ਤਰਿਆ। ਗੁਰ ਹਰ ਬਿਨ ਕੋ ਨਾ ਬਿਰਥਾ ਦੁਖ ਕਾਟੈ, ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ, ਤਿਤ ਮਾਨ ਮਹਤ ਜਸ ਘਾਟੈ। ਗੁਰੂ ਤੋਂ ਬਿਨਾ, ਰੱਬ ਤੋਂ ਬਿਨਾ, ਵਾਹਿਗੁਰੂ ਤੋਂ ਬਿਨਾ ਕੋਈ ਦੁੱਖ ਨਹੀਂ ਕਰ ਸਕਦਾ। ਤੇ ਜੇ ਏਡੇ ਵੱਡੇ ਦਾਤੇ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਮੰਗੇਗਾ, ਤੇ ਚੇਤੇ ਰੱਖੀ ਇਹਦੇ ਨਾਲ ਤੇਰੀ ਬੇਇੱਜ਼ਤੀ ਹੋਵੇਗੀ, ਇਹਦੇ ਨਾਲ ਤੇਰਾ ਯਸ਼ ਘਟੇਗਾ। ਆ ਦੇਖੋ ਉਹ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਉਚਾਰਨ ਕੀਤੇ, ਤੇ ਨਾਲ ਉਹ ਕਿਰਪਾ ਭਰੇ ਬਚਨ ਸਾਨੂੰ ਉਪਦੇਸ਼ ਰੂਪ ਦੇ ਗਏ। ਕਬੀਰ ਸਾਹਿਬ ਤੋਂ ਪੜ੍ਹਨੇ ਆ, ਉਹ ਕਹਿੰਦੇ ਨੇ, ਮਾਲਕ ਜੀ ਜਿਸ ਦਿਨ ਮੰਗਣ ਦੀ ਲੋੜ ਪਈ, ਤੇਰੇ ਬੂਹੇ ਤੇ ਆ ਕੇ ਝੋਲੀ ਅੱਡਣਾ ਵਾ। ਕਿਉਂ ਜੀ? ਕਹਿੰਦੇ ਨੇ ਦਰ ਮਾਦੇ ਠਾਡੇ ਦਰਬਾਰ, ਤੇਰੇ ਦਰ ਦਾ ਮੰਗਤਾ, ਤੇਰੇ ਦਰ ਦਾ ਆਜ਼ਿਜ਼, ਤੇਰੇ ਦਰ ਦਾ ਭਿਖਾਰੀ ਤੇਰੇ ਬੂਹੇ ਤੇ ਖਲੋਤਾ ਹੈ। ਕਿਉਂ ਜੀ? ਇੱਥੇ ਤਾਂ ਬਨਾਰਸ ਵਿੱਚ ਬੜੇ ਅਮੀਰ ਨੇ। ਕਹਿਣ ਲੱਗੇ ਨਹੀਂ, ਤੇਰੇ ਤੋਂ ਬਿਨਾ ਸਾਡੀ ਕਿਸੇ ਸਾਰ ਨਹੀਂ ਲੈਣੀ। ਦਰ ਮੰਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਕਿਉਂ? ਤੁਮ ਧਨ ਧਨੀ ਉਦਾਰ ਤਿਆਗੀ। ਤਿੰਨ ਸ਼ਬਦ ਨੇ, ਧਨ ਧਨੀ ਉਦਾਰ ਤੇ ਤਿਆਗੀ। ਧਨ ਧਨੀ ਦੋ ਸ਼ਬਦ, ਧਨ ਦਾ ਮਾਲਕ ਧਨੀ, ਤੇ ਕੰਜੂਸ ਨੇ ਤੂੰ ਉਦਾਰ ਖੁੱਲ ਦਿਲਾਂ। ਤੇ ਤੇਰੇ ਘਰ ਵਰਗਾ ਹੋਰ ਕੋਈ ਘਰ ਨਹੀਂ, ਮੈਂ ਤਾਂ ਤੇਰੇ ਬੂਹੇ ਤੇ ਖਲੋਤਾ ਵਾਂ ਕਿਉਂਕਿ ਤੂੰ ਆਪਣੇ ਪੱਲਿਓਂ ਕੁਝ ਤਿਆਗਣ ਵਾਲਾ ਵੀ ਹੈ। ਦਰ ਮੰਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾੜ। ਤੁਮ ਧਨ ਧਨੀ ਉਦਾਰ ਤਿਆਗੀ, ਸਰਵਨਨ ਸੁਨੀਅਤ ਜਸ ਤੁਮਾਰ। ਮਾਂਗੂ ਕਾਹੇ ਰੰਕ ਸਭ ਦੇਖੂੰ, ਜਗਤ ਭਿਖਾਰੀ ਫਿਰਤੈ ਮਾਂਗੂ ਕਾਹੇ ਰੰਕ ਸਭ ਦੇਖੂੰ। ਤੁਮ ਹੀ ਤੇ ਮੇਰੋ ਨਿਸਤਾਰ, ਮੇਰਾ ਪਾਰ ਉਤਾਰਾ ਕੇਵਲ ਤੂੰ ਦਾਤਾ ਕਰ ਸਕਣਾ। ਜੈ ਦਿਓ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਭਈ ਹੈ ਅਪਾਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਰ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਗੁਰੂ ਕਲਗੀਧਰ ਸਵਾਮੀ ਜੀ ਦਾ ਇੱਕ ਬਚਨ ਆਪ ਰੋਜ਼ ਅੰਮ੍ਰਿਤ ਵੇਲੇ ਪੜ੍ਹਦੇ। ਵੀਰ ਅਪਾਰ ਵੱਡੇ ਬਰਿਆਰ, ਅਬ ਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ਼ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤਨ ਕੀ ਚਕਚਾਰ ਲਵਈਆ। ਹੁਣ ਇਹਦੇ ਵਿੱਚ ਏਡੇ ਵੱਡੇ ਬੰਦਾ ਕੋਈ ਇਸ ਧਰਤੀ ਤੇ ਇਸ ਵੇਲੇ ਇੰਨਾ ਤਾਕਤ ਵਾਲਾ ਕੋਈ ਬੰਦਾ ਹੈ? ਵੀਰ ਅਪਾਰ ਵੱਡੇ ਬਰਿਆਰ, ਅਬ ਚਾਰਹਿ ਸਾਰ ਕੀ ਧਾਰ ਪਛਈਆ। ਬੜੇ ਵੱਡੇ ਵੱਡੇ ਸੂਰਮੇ, ਬਲਵਾਨ, ਬਾਂਕੇ, ਸ਼ਹਿਰ ਸ਼ਬੀਲੇ। ਤੇ ਜਿਵੇਂ ਆਪਾਂ ਕੋਈ ਚੀਜ਼ ਭੋਜਨ ਖੁਰਾਕ ਖੁਸ਼ੀ ਨਾਲ ਖਾਂਦੇ ਆ, ਕਹਿਣ ਲੱਗੇ ਉਹ ਰਣ ਤੱਤੇ ਵਿੱਚ ਛਾਤੀ ਡਾਹ ਕੇ ਖਲੋ ਜਾਂਦੇ ਨੇ।
ਤੇ ਜਿੰਨੇ ਸੀਨੇ ਤੇ ਫੱਟ ਪੈਂਦੇ ਇਹਨਾਂ ਨੂੰ ਖੱਸ ਕੇ ਸਾਰੇ ਸਾਰ ਨੂੰ, ਸਾਰ ਦਾ ਅਖਰੀ ਅਰਥ ਹੁੰਦਾ ਲੋਹਾ, ਸ਼ਸਤਰਾਂ ਦੇ ਫੱਟ ਉਹ ਖਾ ਲੈਂਦੇ ਨੇ। ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਵੱਡੇ ਵੱਡੇ ਦੇਸ਼ ਦੇਸ਼ਾਂਤਰਾਂ ਦੇ ਜਿਹੜੇ ਆਕੀ ਨੇ, ਵੱਡੇ ਵੱਡੇ ਜਿਹੜੇ ਮਸਤ ਹਾਥੀ ਨੇ, ਇਹ ਸੂਰਮੇ ਸੁੰਡ ਤੋਂ ਪਕੜ ਕੇ ਹਾਥੀਆਂ ਨੂੰ ਮਲ ਕੇ ਸੜ ਦਿੰਦੇ ਨੇ। ਹੁਣ ਇੰਨੀ ਤਾਕਤ, ਜਿਹੜੇ ਸੀਨੇ ਤੇ ਫੱਟ ਖਾਂਦੇ ਨੇ, ਆਕੀਆਂ ਨੂੰ ਨਿਵਾ ਲੈਂਦੇ ਨੇ, ਹਾਥੀਆਂ ਨੂੰ ਮਲ ਦਿੰਦੇ ਨੇ, ਤੇ ਉਹਨਾਂ ਦੇ ਬੋਲ ਵਿੱਚ ਇੰਨੀ ਸ਼ਕਤੀ ਹੈ, ਇੱਕ ਸ਼ਬਦ ਕਹਿਣ ਤੇ 4 ਚੁਫੇਰੇ ਅੱਗਾਂ ਹੀ ਅੱਗਾਂ ਲੱਗ ਸਕਦੀਆਂ ਨੇ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਐ ਸਿੱਖਾਂ ਜਿਸ ਕੋਲ ਇੰਨੀ ਤਾਕਤ ਹੈ, ਚੇਤੇ ਰੱਖੀ ਇਹਦੇ ਵਰਗੇ ਲੱਖਾਂ ਰੱਬ ਦੇ ਦਰ ਤੇ ਮੰਗਤੇ ਤੁਰੇ ਫਿਰਦੇ ਨੇ। ਪਰਮਾਤਮਾ ਇਦੂ ਵੱਡੀ ਸਮਰੱਥਾ ਵਾਲਾ ਹੈ। ਵੀਰ ਅਪਾਰ ਵੱਡੇ ਬਰਿਆਰ ਅਬਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਕੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਜਗਤ ਭਿਖਾਰੀ ਫਿਰਤ ਹੈ ਜਾਚਕ ਅਨੇਕ। ਇਹੋ ਜਿਹੇ ਅਨੇਕਾਂ ਮੰਗਤੇ ਰੱਬ ਦੇ ਦਰ ਤੇ ਝੋਲੀਆਂ ਅੱਡ ਕੇ ਤੁਰੇ ਫਿਰਦੇ ਨੇ। ਕਹਿਣ ਲੱਗੇ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ। ਦੇਣ ਵਾਲਾ ਕੇਵਲ ਪਰਮਾਤਮਾ ਵਾਹਿਗੁਰੂ ਸਿਰਫ ਇੱਕ ਹੈ। ਸਿਰਫ ਆਪਣੇ ਮਨ ਨੂੰ ਟਿਕਾ ਕੇ ਗੁਰਮੁਖੋ ਰੱਬ ਤੇ ਭਰੋਸਾ ਕਰਕੇ ਚੱਲੀਏ। ਆਪਾਂ ਗ੍ਰਸਤੀ ਖਾਂ, ਗ੍ਰਸਤ ਵਿੱਚ ਬੰਦੇ ਨੂੰ ਧਨ ਦੀ, ਪਦਾਰਥਾਂ ਦੀ, ਸੰਸਾਰ ਵਿੱਚ ਵਿਚਰਨ ਲਈ ਦੌਲਤ ਦੀ ਜ਼ਰੂਰਤ ਹੈ, ਪਰ ਇੰਨਾ ਕੁ ਨਾ ਕੋਈ ਝੁਕ ਜਾਇਓ ਕਿਸੇ ਅੱਗੇ, ਕਿਸੇ ਨੂੰ ਦਾਤਾ ਸਮਝ ਕੇ ਵੀ ਜੇ ਇਹ ਬੰਦਾ ਨਾ ਹੋਇਆ ਤੇ ਮੇਰੀ ਰੋਟੀ ਨਹੀਂ ਚੱਲਦੀ। ਨਹੀਂ, ਵੇਖੋ ਵਾਹਿਗੁਰੂ ਬੜਾ ਬੇਅੰਤ ਹੈ, ਉਹ ਰਿਜ਼ਕ ਦਾ ਪ੍ਰਬੰਧ ਕੋਈ ਨਾ ਕੋਈ ਜ਼ਰੂਰ ਕਰੇਗਾ। ਸੇਵਾ ਪੰਥੀ ਮਹਾਂਪੁਰਸ਼ਾਂ ਦਾ ਮੈਂ ਸਾਹਿਤ ਕਾਫੀ ਅੱਜ ਕੱਲ੍ਹ ਪੜ੍ਹਨਾ, ਕਈ ਉਹਨਾਂ ਦੀਆਂ ਸਾਖੀਆਂ, ਕਿਉਂਕਿ ਉਹ ਭੇਕ ਪਖੰਡ ਵਾਲੇ ਨਹੀਂ ਸਨ। ਅੱਜ ਵੀ ਕਦੀ ਤੁਸੀਂ ਉਹ ਕਮਾਈ ਵਾਲੇ ਦੇਖੋ, ਉਹ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਹੈ। ਸੇਵਾ ਕਰਨੀ, ਸਿਮਰਨ ਕਰਨਾ, ਹੱਥੀ ਵਾਣ ਵਟਨੇ, ਜੋ ਕਮਾਣਾ ਪਿਆਰਿਓ ਉਹਦੇ ਨਾਲ ਕੇਵਲ ਆਪਣੀ ਰੋਟੀ ਜੋਗਾ ਰੱਖ ਲੈਣਾ, ਬਾਕੀ ਲੋੜਵੰਦਾਂ ਵਿੱਚ ਵਰਤਾ ਦੇਣਾ। ਉਹਨਾਂ ਦੇ ਜੀਵਨ ਵਿੱਚ ਮਹਾਂਪੁਰਸ਼ ਹੋਏ ਨੇ ਤੇ ਮਨ ਚ ਆਇਆ ਮਨਾ ਵੀ ਅਸੀਂ ਰੋਜ਼ ਇਹ ਪੜ੍ਹਨੇ ਆ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆ ਗਏ ਕਰ ਧਰਿਆ। ਵੀ ਕਹਿੰਦੇ ਨੇ ਹਕੀਕਤ ਵਿੱਚ ਹੈ ਵੀ ਖਿਆਲ ਆ ਗਿਆ ਨਾ, ਵੀ ਐਵੇਂ ਤੂੰ ਮਨਾ, ਤੂੰ ਚਿਤਵਨਾ ਪਿਆ ਹੈ, ਐਵੇਂ ਤੂੰ ਘਬਰਾਨਾ ਪਿਆ ਹੈ, ਪਰ ਇਹਦਾ ਭਾਵ ਇਹ ਨਾ ਸਮਝਿਓ ਵੀ ਆਪਾਂ ਸਾਰੇ ਕੰਮ ਕਰਨਾ ਛੱਡ ਦਈਏ, ਰੱਬ ਆਪ ਹੀ ਦੇਵੇਗਾ ਜੀ। ਵੇਖੋ ਪਰਮਾਤਮਾ ਨੇ 2 ਚੀਜ਼ਾਂ ਸਾਨੂੰ ਦਿੱਤੀਆਂ ਨੇ, ਇੱਕ ਦਾਤ ਦਿੱਤੀ ਏ, ਦੂਜੀ ਯੋਗਤਾ ਦਿੱਤੀ ਹੈ। ਇਹ 2 ਸ਼ਬਦਾਂ ਵੱਲ ਥੋੜਾ ਜਿਹਾ ਧਿਆਨ ਦਿਆ ਜੇ, ਇੱਕ ਦਾਤ ਤੇ ਦੂਜੀ ਯੋਗਤਾ। ਆਪਾਂ ਕਹਾਂਗੇ ਜੀ ਦਾਤ ਤਾਂ ਹੈ ਕਿ ਪਰਮਾਤਮਾ ਨੇ ਸਾਨੂੰ ਅੱਖਾਂ ਦਿੱਤੀਆਂ, ਪਰ ਚੇਤੇ ਰੱਖਿਓ ਇੱਕ ਵਿਗਿਆਨਕ ਦੀਆਂ ਅੱਖਾਂ ਤੇ ਇੱਕ ਅਗਿਆਨੀ ਦੀਆਂ ਅੱਖਾਂ ਦੀ ਯੋਗਤਾ ਵੱਖਰੀ ਵੱਖਰੀ ਹੈ। ਫਿਰ ਸਮਝਿਓ ਤੁਸੀਂ ਬੇਨਤੀ। ਜ਼ਬਾਨ ਦਿੱਤੀ, ਇਹ ਦਾਤ ਹੈ ਜ਼ਬਾਨ, ਪਰ ਯੋਗਤਾ ਸਾਰਿਆਂ ਕੋਲ ਇੱਕੋ ਜੀ ਨਹੀਂ। ਇੱਕ ਜ਼ਬਾਨ ਨਾਲ ਗਾਲਾਂ ਪਿਆ ਕੱਢਦਾ, ਇੱਕ ਜ਼ਬਾਨ ਨਾਲ ਰੱਬ ਦਾ ਨਾਮ ਪਿਆ ਜਾਪਦਾ ਹੈ। ਯੋਗਤਾ ਹੈ ਨਾ। ਕੰਨ ਇੱਕੋ ਜਿਹੇ ਨੇ, ਇੱਕ ਕੰਨਾਂ ਨਾਲ ਕੀਰਤਨ ਸੁਣਦਾ ਹੈ ਤੇ ਦੂਜਾ ਕੰਨਾਂ ਦੇ ਨਾਲ ਗੰਧਨ ਵਹਿਣ ਸੁਣਦਾ ਹੈ। ਰੱਬ ਨੇ ਹੱਥ ਦਿੱਤੇ ਨੇ, ਇੱਕ ਹੱਥਾਂ ਨਾਲ ਕਿਰਤ ਕਰਦਾ ਹੈ। ਹੱਥ ਦਾਤ ਨੇ, ਪਰ ਇੱਕ ਉਹਨਾਂ ਹੱਥਾਂ ਨਾਲ ਲੋਕਾਂ ਦੇ ਗਲ ਪਿਆ ਘੁੱਟਦਾ, ਛੁਰੇ ਪਿਆ ਮਾਰਦਾ। ਪਰਮਾਤਮਾ ਨੇ ਸਾਨੂੰ ਦਾਤ ਵੀ ਦਿੱਤੀ ਤੇ ਦਾਤ ਦੇ ਨਾਲ ਯੋਗਤਾ ਵੀ ਦਿੱਤੀ।
परमात्मा ने बुद्धि दिती, अकल दिती, सियाणप दिती। शायद यही कारण कि गुरु अर्जुन देव जी ने इस योगता नूं देख के निम्रता विच आके कहा सी कि तेरा कीता जातो नाही, मैनू जोग कीतो ही। मैनू तू योगता दिती है ते जोग बनाया। हुण उन्हां दे मन च एक दिन ख्याल आ गया भी परमात्मा रिजक दिंदा है ना, ते डेरे चों निकल पए। सारा दिन करते सिमरन सिमरन करना, वाण वट छड्डना, हथी किरत करनी। मन चाहा भी अज इस शब्द के अर्थ तां देखिए करके। हुण आपां तां कथा करने आ ना, वो कहंदे ने ते अर्थ करके देखने आ कि सैल पत्थर में जंतु उपाए तांका रिजक आ गए कर धरिया। भी परमात्मा जिहड़ा है वो पत्थरां दे कीड़ियां नूं दिंदा है। अज दे अर्थ करने ने। मैं तुर पै जी कल्ले जंगल च जा पहुंचे, बह गए चुप करके, चौंकड़ा मारिया भी रोटी कोई नहीं खानी। किसी नूं दसिया भी ना, पर अर्थ करन चले आ भी परमात्मा पत्थर दे कीड़ियां नूं भी रोटी देंदा है। बैठे रहे, सवेर तो बैठे, दोपहर निकल गई, कुछ नहीं। दोपहर ढली ते कुछ सज्जन उथों लंघे। हुण उन्हां कोल सन प्रशादे, उन्हां कोल सी भोजन। वो बंदे सन धर्मी, धर्मी भी सन ते थोड़े जाए इउं समझ लो भी धन्ने वर्गा उन्हां कोल थोड़ा जा रब नाल गल करन वाला तरीका भी इहो जिहा सी। हुण फर्क है ना। हुण नामदेव दा बीठ लो तरले लैणगे, कबीर जी राम राम करनगे, किन्ने ये फर्क नहीं, आपो अपना तरीका है। हुण धन्ना सिद्ध ही खलोता कहंदा भी परमात्मा चेते रखी भगती करानी ते आ चीज़ां जई मैं, क्योंकि किसी दे बूहे ते जाके मंगना नहीं हूँ। ते चीज़ां भी की मंगदा, कहंदा एक घोड़ी दे दें। जे लोग घोड़ियां ते चढ़न ते तेरा भगत पैरी नंगी पैरी तुरिया फिरे, लोकी कहणगे आ प्यो दा पुत्तर है, रब दा पुत्तर नंगे पैरी। हुण तां असीं यही कहने आ ना भी जिस कोल पाटे कपड़े होण, जिहदे न्याणे भुखे मरदे होण, भी वाह सच्ची मुच्ची संत जे। नहीं, रब दी मेहर होवे। एक गल सिर्फ समझिए, मन नूं समझाण लईए। घर बच्चे ने ना, कदी सिमरन च बैठिया ये गल चेते रखियो, जदों मैं बच्चा सा ये नहीं सन, उदों भी तो मेरे दिन निकलते सन। मन नूं माया तो निर्लेप करन दा तरीका है, ये जुगत है कि जिस दिन मैं बच्चा सा ये मेरे नहीं सन, उस दिन मेरे दिन निकलते सन। तो उन्हां दिनां नूं चेते करके आ दिन कढ़ लै भी ये पहला नहीं सन, हुण खैण। 4 दिनां नूं इन्हां कोई नहीं रहना ते कल्ले मैं ही रहना है। सिर्फ ये मन नूं समझाउण दा तरीका। ते कहदी देखो, तां ही गुरु अमरदास जी ने कहा, ये मन प्यारिया तू सदा सच संभाले, ये कुटुंब तू जे देखदा चलै नहीं तेरे नाले। ये पहला नहीं सी, हुण खै अगा नहीं होवेगा। हुण धन्ने वर्गा महापुरुष वो भी दाते तो मंगदा है ना। हुण करिए कि अज एक बेनती मैं होर भी करदा जाना। कई बारी हुण साडे कई सज्जन कहंदे ने लई जी ये माया लई अरदास ना करिया करो, ये वपार लई अरदास ना करिया करो। मैं कहना कबरां ते दीवे बाल के जाके मंगणगे जे बाबे नानक दे पुत्तरां ने प्यो तो नहीं मंगणा। ते किहड़ी गल असीं करने पए आ। उस विचारे दे घर रोटी नहीं चलदी, ओहदी धौन ते लत्त रख के तू नाम मंग। वो नाम कित्थों मंगो, पहलों रब रोटी ते दे। अरदास कर सकना सिखा तू कदी भगत की तरह करके क्या कर, गोपाल तेरा आरता जो जन तुमरी भगत करन ते तिनके काज सवारता। दाल सीधा मांगू घीओ, कुक्कड़ नहीं मंगे उथे, चेते रखिया जे। दाल सीधा, आटा ते दाल दे दी, घ्यो दे दी। दाल सीधा मांगू घीओ, खमरा खुशी करे नित जियो। पनिया शादन नीका, कपड़े साफ सुथरे ते पैरां विच पाउण लई जुत्ती। अनाज मांगू 7 सीका, जिहड़ा 7 वारी वाह के ना, वैसे 7 सीका सतनाजा भी कहंदे ने कई सज्जन। अनाज मांगू 7 सीका, गऊ भैंस मांगू लवेरी। फंडर मज्जां गावां नहीं मैं सांभणियां जिहड़ियां चरस्ते तुरियां फिरदियां ने, ਉਹ गां मझ लैणी है ਜਿਹੜੀ रोज दुध दे। हुण ਇਹ भगत है ना, ਅਸੀਂ कहांगे लालची बिल्कुल नहीं। गुरु अर्जुन साहब कहते हैं जी की बिरता होए सो गुर पै अरदास कर, कीता लोड़िया कम सो हर पै आखिए। कारज दे सवार सतगुर सच साखी है,
ਜੇ ਰੋਂਦੇ ਹੋਏ ਬੱਚੇ ਨੇ ਮਾਂ ਦੀ ਗੋਦ ਤੋਂ ਨਹੀਂ ਮੰਗਣਾ, ਅਸੀਂ ਕਿਹੋ ਜੀ ਮਰਿਆਦਾ ਬਣਾਈ ਬੈਠੇ ਹਾਂ ਰੱਬ ਕੋਲੋਂ। ਪਰ ਹਾਂ, ਸਾਡੀ ਅਰਦਾਸ ਸਾਡੇ ਸਮੇਂ ਨਾਲ ਚੇਂਜ ਹੋ ਜਾਏ। ਅੱਖਰ ਨਹੀਂ, ਅੱਜ ਰੋਟੀ ਮੰਗਣਾ ਹੈ, ਰੱਬ ਨੇ ਰਿਜ਼ਕ ਦੇ ਦਿੱਤਾ, ਕੱਲ ਨੂੰ ਸਾਰੇ ਪਿੰਡ ਦੀ ਰੋਟੀ ਨਾ ਮੰਗ, ਕੱਲ ਨੂੰ ਇਹ ਮੰਗ, ਦਾਤਿਆ ਰਿਜ਼ਕ ਦੇਣ ਵਾਲਿਆ ਹੁਣ ਤੂੰ ਮੇਰੇ ਹਿਰਦੇ ਵਿੱਚ ਵਸ ਜਾ। ਅਰਦਾਸ ਵੀ ਚੇਂਜ ਆਵੇ। ਗੁਰੂ ਜੀ ਨੇ ਕਿਹਾ, ਜਨ ਕੋ ਪ੍ਰਭ ਸੰਗੇ ਸਨੇ ਸਾਜਨੋ, ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਮਾਨ ਮੰਗੂ ਤਾਨ ਮੰਗੂ, ਧਨ ਲక్ష్ਮੀ ਸੁਤ ਦੇ ਗੋਪਾਲ ਤੇਰਾ ਆਰਤਾ, ਜੋਦਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ, ਦਾਲ ਸਿੱਧਾ ਮੰਗੂ ਘੀਓ ਖਮਰਾ, ਖੁਸ਼ੀ ਕਰੈ ਨਿਤ ਜੀਓ, ਪਨੀਆਂ ਸ਼ਾਦਨ ਨੀਕਾ, ਅਨਾਜ ਮੰਗੂ ਸਤ ਸੀਕਾ, ਗਊ ਭੈਸ ਮੰਗੂ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਤੇ ਅਗਲਾ ਬਚਨ, ਘਰ ਕੀ ਗੇਹਨ ਚੰਗੀ, ਜੀਵਨ ਸਾਥੀ ਚੰਗਾ ਦਹੀਂ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਨਾ, ਵਾਸ਼ਨਾ ਵਾਲੀ ਬਿਰਤੀ ਨਹੀਂ ਇੱਥੇ ਕਿ ਜੀਵਨ ਸਾਥੀ ਦਾ ਰੰਗ ਰੂਪ ਚਮੜੀ, ਕਿਉਂਕਿ ਅਸੀਂ ਤਾਂ ਨਮੈਸ਼ ਲਾਉਂਦੇ ਹਾਂ ਪਸ਼ੂਆਂ ਦੀ ਤਰ੍ਹਾਂ, ਸਾਡਾ ਸਮਾਜ ਲਾਂਦਾ ਨਹੀਂ ਨਮੈਸ਼। ਧੀਆਂ ਭੈਣਾਂ ਲੋਕਾਂ ਦੀਆਂ ਦੇਖਣੀਆਂ, ਪਤਾ ਨਹੀਂ ਕਿੱਧਰ ਇਹ ਸਾਡਾ ਸਮਾਜ ਠੀਕ ਹੈ। ਮੈਂ ਖਿੰਨ ਵਿੱਚੋਂ ਨਿਕਲਣ ਲੱਗਾ ਵੀ ਆਪਸ ਵਿੱਚ ਮੇਲ ਮਿਲਾਪ ਹੋਣਾ ਬਹੁਤ ਜ਼ਰੂਰੀ ਹੈ। ਕਦੀ ਉਸ ਮਾਂ ਤੇ ਉਸ ਬਾਪ ਦੇ ਤੇ ਉਸ ਬੱਚੀ ਦੇ ਕਾਲਜੇ ਦੇ ਹੱਥ ਰੱਖ ਕੇ ਦੇਖੋ, ਜਿਹਨੂੰ ਦੇਖਣ ਤੋਂ ਬਾਅਦ ਤੁਸੀਂ ਜਵਾਬ ਦੇ ਕੇ ਆ ਜਾਂਦੇ, ਉਹਨਾਂ ਦਾ ਕੋਈ ਦੁਨੀਆ 'ਚ ਜੀਣਾ ਨਹੀਂ ਰਹਿ ਜਾਂਦਾ। ਪਹਿਲੀ ਗੱਲ ਦੇਖੋ ਹੀ ਨਾ, ਜੇ ਦੇਖਣ ਗਏ ਤੇ ਫਿਰ ਵਾਪਸ ਨਾ ਆਓ। ਕੱਲ ਨੂੰ ਮੰਨ ਲਓ ਅੱਜ ਕਿਸੇ ਦੀ ਧੀ ਬੱਚੀ ਦੇਖ ਕੇ ਛੱਡੀ ਹੈ, ਕੱਲ ਨੂੰ ਤੂੰ ਧੀ ਨੂੰ ਜਨਮ ਦੇਣਾ, ਕੱਲ ਨੂੰ ਹੋ ਸਕਦਾ ਰੱਬ ਦੀ ਖੇਡ ਕੋਈ ਉਹਦੇ ਸਰੀਰ ਦੀ ਸੌਪਣ ਇੰਨਾ ਨਾ ਹੋਏ ਤੇ ਤੇਰੇ ਤੇ ਕੀ ਬੀਤੇਗੀ। ਅਸੀਂ ਬੜਾ ਸਾਡੇ ਮਾਡਰਨ ਅਸੀਂ ਲੋਕ ਬਣੀ ਬੈਠੇ ਹਾਂ, ਪਰ ਰੋਜ਼ ਅਸੀਂ ਹਿੰਸਾ ਕਰਨੇ ਹਾਂ, ਅੰਦਰੋਂ ਜੀਵਾਂ ਦਾ ਕਤਲ ਕਰਨੇ ਹਾਂ, ਗਰੀਬ ਵਿਚਾਰੇ ਤੜਫਦੇ ਨੇ। ਉੱਥੇ ਭਗਤ ਨੇ ਕਿਹਾ, ਚੰਗੀ ਦਾ ਆਖਰੀ ਅਰਥ ਹੈ ਪਰਮਾਤਮਾ, ਰੱਬ ਦੀ ਭਜਨ ਬੰਦਗੀ ਸਿਮਰਨ ਕਰਨ ਵਾਲਾ ਜੀਵਨ ਸਾਥੀ ਦਈ, ਇਬਾਦਤ ਕਰਨ ਵਾਲਾ ਜੀਵਨ ਸਾਥੀ ਦਈ, ਮੈਂ ਜਿੱਧਰ ਤੁਰਾਂ ਮੇਰੀ ਮਦਦ ਕਰਨ ਵਾਲਾ ਸਾਥੀ ਦਈ। ਘਰ ਕੀ ਜੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਜਿਹੜੀ ਮੈਂ ਬੇਨਤੀ ਕਰ ਲਗਾ ਵਾਂ, ਉਹ ਮਹਾਂਪੁਰਸ਼ਾਂ ਨੇ ਕਿਹਾ ਜੀ ਇਕੱਲੇ ਤੁਰ ਪਿਆ, ਆਪਾਂ ਤਾਂ ਜੇ ਅਰਥ ਕਰਨੇ ਨੇ। ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਕਾ ਰਿਜ਼ਕ ਆਗੈ ਕਰ ਧਰਿਆ, ਵੀ ਰੱਬ ਸਭ ਨੂੰ ਦਾਤਾਂ ਦਿੰਦਾ। ਜੰਗਲ ਵਿੱਚ ਬਹਿ ਗਏ, ਕਿਸੇ ਨੂੰ ਦੱਸਿਆ ਨਹੀਂ, ਸਾਰਾ ਦਿਨ ਭੁੱਖੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਸ਼ਾਮ ਨੂੰ ਕੁਝ ਲੋਕ ਲੰਘੇ, ਦੁਪਹਿਰਾ ਢਲਿਆ, ਉਹਨਾਂ ਕਿਹਾ ਵੀ ਆਪਾਂ ਰੋਟੀ ਸਵੇਰੇ ਥੋੜੀ ਦੇਰ ਨਾਲ ਖਾਧੀ ਸੀ, ਹੁਣ ਭੁੱਖ ਲੱਗੀ ਹੈ, ਖਾ ਲਈਏ। ਪਰ ਉਹਨਾਂ ਦਾ ਸੁਭਾਅ ਸੀ ਵੀ ਜੇ ਕੋਲ ਕੋਈ ਬੈਠਾ ਹੋਵੇ ਤੇ ਉਸ ਬੈਠੇ ਨੂੰ ਰੋਟੀ ਦੇ ਕੇ ਖਾਣੀ ਹੈ। ਗੁਰੂ ਸਾਹਿਬ ਨੇ ਇਹੀ ਦਿੱਤਾ ਸੀ ਨਾ ਸਿਧਾਂਤ। ਉਹਨਾਂ ਕਿਹਾ ਵੰਡ ਕੇ ਛਕਿਓ, ਇਹ ਕਿਹਾ ਨਾ ਵੰਡ ਕੇ ਛਕਿਓ, ਇਹ ਨਹੀਂ ਸੀ ਕਿਹਾ ਛਕ ਕੇ ਵੰਡਿਓ। ਮੈਂ ਜਦੋਂ ਇਹ ਸ਼ਬਦ ਕਈ ਵਾਰੀ ਆਉਂਦਾ ਨਾ ਕਿ ਵੰਡ ਕੇ ਛਕਿਓ, ਇਹ ਸ਼ਬਦ ਬੜਾ ਹੀ ਡੂੰਘਾ ਹੈ। ਵੰਡ ਕੇ ਛਕਿਓ, ਇੱਕ ਤਾਂ ਅਰਥ ਇਹ ਕਰ ਲੈਣਾ ਵੀ ਵੰਡ ਕੇ ਸਾਰਿਆਂ ਨੂੰ ਛਕਿਓ। ਮੈਂ ਕਹਿੰਦਾ ਦੇ ਅਰਥ ਇਹ ਨੇ ਕਿਸੇ ਦੂਜੇ ਨੂੰ ਵੰਡ ਕੇ ਫਿਰ ਛਕੀ। ਭਾਈ ਸਾਹਿਬ ਨੇ ਕਿਹਾ ਨਾ, ਕਿਰਤ ਵਿਰਤ ਕਰ ਧਰਮ ਦੀ ਲੈ, ਪ੍ਰਸ਼ਾਦ ਆਣ ਵਰਤੰਦਾ, ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਪਰ ਆਪਾਂ ਕੀ ਕਰਨੇ ਆ, ਆਪਾਂ ਪਹਿਲਾਂ ਛਕਨੇ ਆ, ਕੁਝ ਘਰਾਂ ਨੂੰ ਲਿਜਾਨੇ ਆ, ਤੇ ਬਾਕੀ ਜਿਹੜਾ ਬਚ ਜਾਂਦਾ ਜਿਨ੍ਹਾਂ ਨੂੰ ਅਸਲੀ ਖਵਾਉਣਾ ਹੁੰਦਾ ਉਹਨੂੰ ਫਿਰ ਝੂਠ ਦਿੰਦੇ ਆ। ਇਹ ਸਾਡਾ ਅਸੂਲ ਹੈ ਨਾ। ਨਹੀਂ, ਲੰਗਰ ਕਾਹਦੇ ਲਈ ਹੈ, ਸਹਾਰਾ ਕਾਹਦੇ ਲਈ ਹੈ। ਮੈਂ ਬੇਨਤੀ ਕਰਨਾ, ਅੱਜ ਤੁਸੀਂ ਭਗਤ ਪੂਰਨ ਸਿੰਘ ਜੀ ਦਾ ਨਾਮ ਹੁੰਦਾ, ਪ੍ਰੋਫੈਸਰ ਪੂਰਨ ਸਿੰਘ ਜੀ ਨੇ ਭਗਤ ਜੀ ਦਾ ਨਾਮ ਹੁੰਦਾ ਹੈ, ਤੁਹਾਡੇ ਸਾਰਿਆਂ ਦੇ ਹਿਰਦੇ ਝੁਕ ਜਾਂਦੇ ਨੇ ਨਾ। ਪਿੰਗਲਿਆਂ ਨੂੰ, ਲੂਲਿਆਂ ਨੂੰ, ਕਮਜ਼ੋਰਾਂ ਨੂੰ, ਪਾਗਲਾਂ ਨੂੰ, ਸ਼ਦਾਈਆਂ ਨੂੰ। ਆਪਣੇ ਘਰ ਆਪਣਾ ਬੱਚਾ ਸ਼ਦਾਈ ਹੋ ਜਾਏ, ਜਨਮ ਦੇਣ ਵਾਲੀ ਮਾਂ ਖੈੜਾ ਛਡਾਉਂਦੀ ਹੈ। ਅਸਲੀਅਤ ਇਹ ਵੇ, ਕਹਿੰਦੀ ਹੈ ਰੱਬਾ ਚੰਗਾ ਇਹਦੀ ਮੁਕਤੀ ਕਰ। ਮੈਂ ਉਦੋਂ ਬੇਨਤੀ ਕੀਤੀ ਸੀ, ਮੁਕਤੀ ਨਹੀਂ ਚਾਹੁੰਦੇ, ਉਹ ਖੁਦ ਆਪਣੀ ਮੁਕਤੀ ਚਾਹੁੰਦੇ ਨੇ। ਇਹ ਚਲਾ ਜਾਏ, ਸਾਡਾ ਖੈੜਾ ਛੁੱਟੇ। ਤੁਹਾਨੂੰ ਪਤਾ ਹੈ ਭਗਤ ਪੂਰਨ ਸਿੰਘ ਬ੍ਰਾਹਮਣ ਪਰਿਵਾਰ ਵਿੱਚੋਂ ਨੇ, ਸ਼ਾਇਦ ਆਪ ਜੀ ਨੂੰ ਪਤਾ ਹੋਵੇ। ਭਗਤ ਪੂਰਨ ਸਿੰਘ
ਘਰੋਂ ਤੁਰੇ ਸਨ, ਖੰਨੇ ਤੋਂ ਤੁਰੇ ਨੇ। ਮੰਦਰ ਦਾ ਪੁਜਾਰੀ, ਕਿਸੇ ਤੇ ਤਰਕ ਨਹੀਂ, ਉਹਨਾਂ ਦੀ ਸਵੈ ਜੀਵਨ, ਉਹਨਾਂ ਦੀ ਕਹਾਣੀ ਹੈ। ਮੰਦਰ ਦਾ ਪੁਜਾਰੀ ਭਗਵਾਨ ਦੀ ਆਰਤੀ ਵੀ ਉਤਾਰਦਾ ਸੀ, ਪਰ ਜਦੋਂ ਰੋਟੀ ਖਾਣ ਦਾ ਵੇਲਾ ਆਇਆ, ਪ੍ਰਸ਼ਾਦਾ ਭੋਗ ਲਵਾ ਕੇ ਛਕਣ ਦਾ ਵੇਲਾ ਆਇਆ, ਇਹ ਬੱਚਾ ਬੈਠਾ ਰਿਹਾ, ਇਹਨੂੰ ਰੋਟੀ ਨਹੀਂ ਦਿੱਤੀ। ਪੂਰਨ ਸਿੰਘ ਬੱਚੇ ਨੂੰ ਭਗਤ ਜੀ ਉਹਨਾਂ ਨੂੰ ਰੋਟੀ ਨਹੀਂ ਦਿੱਤੀ। ਇਹ ਤੁਰੇ ਤੇ ਜਦੋਂ ਆਏ ਨਾ ਰੇਰੂ ਸਾਹਿਬ, ਇੱਥੇ ਜੀਵਨ ਪਲਟਿਆ ਸੀ। ਰੇਰੂ ਸਾਹਿਬ ਗੁਰਦੁਆਰੇ ਆਏ, ਇੱਥੇ ਮੱਥਾ ਟੇਕਿਆ। ਮੇਰਾ ਖਿਆਲ ਹੈ ਸ਼ਾਇਦ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਹੋਣਗੇ, ਜਾਂ ਕੋਈ ਖੋਰ ਕਰਨੀ ਵਾਲੇ ਹੋਣੇ ਨੇ। ਉਹਨਾਂ ਨੇ ਰੇਰੂ ਸਾਹਿਬ ਗੁਰਦੁਆਰੇ ਮੱਥਾ ਟੇਕਿਆ, ਵੇਖਿਆ ਵੀ ਨਿਸ਼ਕਾਮ ਸੇਵਾ ਪਾ ਕਰਦੇ ਨੇ, ਕੋਈ ਭਾਂਡੇ ਮਾਂਜਦਾ, ਕੋਈ ਲੰਗਰ ਬਣਾਉਂਦਾ ਹੈ। ਇਹ ਆਏ, ਇਹਨੂੰ ਆਵਾਜ਼ ਦਿੱਤੀ, ਉਹ ਬੱਚੇ, ਉਹ ਬੇਟੇ, ਕਿੱਧਰ ਜਾਣ ਲੱਗਿਆ? ਮਨ ਡਰਿਆ ਸੀ ਸ਼ਾਇਦ ਇੱਥੇ ਵੀ ਰੋਟੀ ਨਾ ਮਿਲੇ। ਕਹਿਣ ਲੱਗੇ ਸੰਗਤ ਵਿੱਚ ਬਾਅਦ ਵਿੱਚ ਬਈ ਪਹਿਲਾਂ ਲੰਗਰ ਛਕ ਲੈ। ਬਸ ਇੱਕ ਘੜੀ ਲੰਗਰ ਮੂੰਹ ਚ ਪਾਇਆ, ਉਹ ਪੂਰਨ ਸੱਚਮੁੱਚ ਪੂਰਨ ਹੋ ਗਿਆ। ਇੱਕ ਲੰਗਰ ਦੀ ਮਰਿਆਦਾ ਦੇਖ ਕੇ ਏਡੀ ਵੱਡੀ ਸੰਸਥਾ ਨੂੰ ਜਨਮ ਦੇ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਸਿਰਫ ਇਤਨੀ ਕੁ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾਂ। ਉਹ ਤੁਰੇ ਜਾ ਰਹੇ ਨੇ ਮਹਾਂਪੁਰਸ਼, ਮਨ ਚ ਖਿਆਲ ਆਇਆ, ਬੈਠੇ ਸਨ ਵੀ ਸ਼ੈਲ ਪੱਥਰ ਮੈਂ ਜੰਤੂ ਪਾਏ, ਤਾਂ ਘਰ ਰਿਜ਼ਕ ਆਗਾ ਕਰ ਧਰਿਆ। ਰੋਟੀ ਉਹ ਖਾਣ ਲੱਗੇ, ਪਰ ਆਇਆ ਦੇਖੋ ਸਾਧੂ ਬੈਠਾ ਹੈ, ਹੋ ਸਕਦਾ ਭੁੱਖਾ ਹੋਵੇ, ਇਹਨੂੰ ਰੋਟੀ ਦਈਏ, ਆਪਾਂ ਬਾਅਦ ਚ ਖਾਣੀ। ਇੱਕ ਨੇ ਜਾ ਕੇ ਝੰਜੂੜਿਆ, ਉਹ ਬੋਲੇ ਨੇ, ਤੇ ਉਹਨਾਂ ਪਰਨ ਕੀਤਾ ਸੀ ਬੋਲਣਾ ਵੀ ਨਹੀਂ, ਵੇਖਾਂਗੇ ਰੱਬ ਰੋਟੀ ਦਿੰਦਾ। ਦੂਜਿਆਂ ਨੇ ਕਿਹਾ ਵੀ ਹੋ ਸਕਦਾ ਮੂਨ ਧਾਰੀ ਹੋਵੇ, ਇਹਨੂੰ ਰੋਟੀ ਦਿਓ ਨਾ। ਹਲਾਇਆ, ਨਹੀਂ ਬੋਲੇ। ਇੱਕ ਨੇ ਕਹਿਦਾ ਮੂੰਹ ਖੋਲੋ, ਮੂੰਹ ਨਾ ਖੋਲਣ, ਦੰਦ ਨਾ ਖੋਲਣ, ਕਿਉਂਕਿ ਅਰਥ ਕਰਨ ਬੈਠਾ ਸੀ ਸਾਧੂ ਨਾ। ਇੱਕ ਨੇ ਕਹਿ ਦੇ ਦੰਦ ਤਰੋੜੋ, ਦੰਦ ਤੋੜ ਕੇ ਦੇ ਮੂੰਹ ਚ ਬੁਰਕੀ ਪਾਓ। ਜਦੋਂ ਕਿਹਾ ਨਾ ਦੰਦ ਤੋੜੋ, ਹੱਥ ਜੋੜ ਕੇ ਕਹਿ ਲੱਗੇ ਤੋੜੋ ਨਾ, ਮੈਂ ਰੱਬ ਦਾ ਸ਼ੁਕਰ ਕਰਨਾ, ਮੈਨੂੰ ਉਸ ਤਰੀ ਰੋਟੀ ਦੇ ਦਿਓ, ਜੇ ਦੇਣ ਤੇ ਆਵੇ ਉਹ ਦੰਦ ਤੋੜ ਕੇ ਵੀ ਦੇ ਦਿੰਦਾ ਹੈ। ਪਰਮਾਤਮਾ ਹੈ ਨਾ, ਉਹਦੀ ਐਸੀ ਖੇਡ ਹੈ। ਮੇਰੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਕਹਿੰਦੇ, ਨਾ ਮਣਾ ਨਾ ਡੋਲੀ ਨਾ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇਹ ਜਗਤ, ਇਹ ਸੰਸਾਰ ਇੱਕ ਭਿਖਾਰੀਆਂ ਦਾ ਕਾਫਲਾ ਹੈ, ਪਰ ਦੇਣ ਵਾਲਾ ਦਾਤਾ ਸਿਰਫ ਇੱਕ ਹੈ। ਕਿਹੜਾ? ਪਿਰੰਦੈ ਨਾ ਗਿਰਾਹ ਜ਼ਰ, ਦਰਖਤ ਆਬ ਆਸ ਕਰ, ਦਿਹੰਦ ਸੋਈ ਏਕ ਤੂੰ ਹੀ, ਏਕ ਤੂੰ ਹੀ। ਤੂੰ ਦਾਤਾ ਦਾਤਾਰ, ਜਗਤ ਭਿਖਾਰੀ ਫਿਰਤ ਹੈ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਤੇ ਜਿਹਦਾ ਦਿੱਤਾ ਖਾਵਣਾ ਹੈ ਨਾ, ਉਹਨੂੰ ਫਿਰ ਲਾਮੇ ਨਹੀਂ ਦੇਈਦੇ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ਼, ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਗਰੀਬਾਂ ਦਾ, ਅਮੀਰਾਂ ਦਾ, ਚੰਗਿਆਂ ਦਾ, ਮੰਦਿਆਂ ਦਾ, ਸਾਰਿਆਂ ਦਾ ਦਾਤਾ ਕੇਵਲ ਇੱਕ ਪ੍ਰਭੂ ਹੈ, ਇੱਕ ਰਾਮ ਹੈ, ਇੱਕ ਅੱਲਾ ਹੈ, ਇੱਕ ਨਿਰੰਕਾਰ ਹੈ। ਕਹਿਣ ਲੱਗੇ ਮਣਾ, ਜੇ ਤੇਰੇ ਕੰਮ ਨਹੀਂ ਨਾ ਸਰਦੇ, ਲੋਕਾਂ ਕੋਲ ਨਾ ਤਰਲੇ ਲੈ, ਕਹੋ ਨਾਨਕ ਮਨ ਸਿਮਰ ਤੇ ਉਹ ਜਿਹੜਾ ਦਾਤਾ ਪਰਨਾਉਣ, ਉਸ ਪਰਮਾਤਮਾ ਨੂੰ ਸਿਮਰ, ਉਸ ਵਾਹਿਗੁਰੂ ਨੂੰ ਜਪ, ਪੂਰਨ ਹੋਵਹਿ ਕਾਮ, ਤੇਰੇ ਕੰਮ ਪੂਰੇ ਹੋਣਗੇ। ਜਦੋਂ ਤੂੰ ਉਹਨੂੰ ਜਪੇਗਾ, ਉਹਨੂੰ ਸਿਮਰੇਗਾ, ਵਾਹਿਗੁਰੂ ਤੇਰੇ ਜ਼ਿੰਦਗੀ ਦੇ ਹਰ ਕਾਰਜ ਨੂੰ ਪੂਰਿਆਂ ਕਰੇਗਾ। ਆਓ ਪਿਆਰਿਓ, ਆਪਾਂ ਸਾਰੇ ਰਲ ਮਿਲ ਕੇ ਇੱਕ ਸਿਦਕ ਜਿਹਾ ਬਣ ਜਾਏ ਕਿਤੇ ਦਾਤਾ। ਕਿ ਇੱਕ ਬੱਚੀ ਦੇ ਮਨ 'ਚ ਸਿਦਕ ਆਇਆ ਸੀ, ਕਿਹਾ ਸੀ ਰਜਨੀ ਨੇ, ਬਾਪੂ ਰੋਟੀ ਦੇਣ ਵਾਲਾ ਗੁਰੂ ਰਾਮਦਾਸ ਹੈ, ਰੋਟੀ ਦੇਣ ਵਾਲਾ ਪਰਮਾਤਮਾ ਹੈ। ਉਹਨੇ ਸਜ਼ਾ ਕੀ ਦਿੱਤੀ? ਪਰ ਦੇਖੋ ਅੱਜ ਤੀਕਰਾ ਰੱਬ ਤੇ ਸਿਦਕ ਰੱਖ ਕੇ ਜੀਣ ਵਾਲੀ ਬੱਚੀ ਦੀ ਥਾਂ ਨੂੰ ਲੋਕ ਝੁੱਕ ਕੇ ਨਮਸਕਾਰਾਂ ਕਰਦੇ ਨੇ। ਵਾਹਿਗੁਰੂ ਕਿਰਪਾ ਕਰੇ, ਸਾਡੇ ਵੀ ਅੰਦਰ ਦਾ ਟਿਕਾ ਬਖਸ਼ੇ। ਕੱਲ ਨੂੰ ਸਤਿਗੁਰੂ ਦੇ ਯਤਨ ਕਰਾਂਗਾ ਵੀ 2 ਸ਼ਲੋਕ ਹੋ ਸਕਣ। ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜੋ ਜਾਨ,
ਜਾਂ ਨਾਲ ਦੂਜਾ ਹੈ ਗਰਭ ਕਰਤਾ ਹੈ ਦੇਹ ਕੋ ਬਿਨਸੈ ਛਿਨਮੈ ਮੀਤ, ਦੋਨਾਂ ਦਾ ਪ੍ਰਕਰਨ ਜੁੜ ਸਕੇਗਾ। ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ।